सतनाम करता पुरख निरभौ निर्वैर अकाल मूरत अजूनी सैभं गुर प्रसाद। सजन सचा पातशाह सिर शाहां दे शाह, जिस पास बैठिया सोही है सबनां दा विसाहा। सतनाम वाहिगुरु साहिब जियो। मांझ महला तीजा तेरे भगत सो हैं साचै दरबारे। गुर कै शब्द नाम सवारे, तेरे भगत सो हैं साचै दरबारे। गुर कै शब्द नाम सवारे, सदा आनंद रहें दिन राती। गुण कह गुणी समावणिया, हौं वारी जियों वारी। नाम सुन मन वसावणिया, हर जियो सच्चा ऊचो ऊचा। हऊँ मैं मार मिलावणिया रहा। हर जियो साचा साची नाई, गुर प्रसादी किसै मिलाई। गुर शब्द मिलहैं से विछुड़ै नाही, सहजे सच समावणिया। तुझ ते बाहर कछु न होए, तू कर कर वेखैं जानै सोए। आपे करे कराहे करता, गुरमत आप मिलावणिया। कामन गुणवंती हर पाए, पह पाए श्रृंगार बनाए। सतगुर सेव सदा सोहागण, सच उपदेश समावणिया। शब्द विसारण तिना ठौर न ठाऊं, ब्रह्म भूले ज्यों सुञै कर काऊं। हलत पलत तिनि दोवें गवाए, दुखे दुख विहावणिया। लिखदियां लिखदियां कागद मस खोई, दूजै पाए सुख पाए ना कोई। कूड़ लिखैं तैं कूड़ कमावैं, जल जावैं कूड़ चित लावणिया। गुरमुख सच्चो सच लिखैं विचार, से जन सच्चे पावैं मोख दुआर। सच कागद कलम मसवाणी, सच लिख सच समावणिया। मेरा प्रभ अंतर बैठा वेखै, गुर प्रसादी मिलै सोई जन लेखै। नानक नाम मिलै वडियाई, पूरे गुर ते पावणिया। मेरा प्रभ अंतर बैठा वेखै, गुर प्रसादी मिलै सोई जन लेखै। नानक नाम मिलै वडियाई, पूरे गुर ते पावणिया। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अजीम अपार बख्शिश
ਸੰਧਿਆ ਸਮੇਂ ਅਸੀਂ ਗੁਰੂ ਦਰਬਾਰ ਹਾਜ਼ਰ ਹੋ ਪਾਏ ਹਾਂ ਜਾਂ ਟੈਲੀਵਿਜ਼ਨ ਦੀਆਂ ਸਕਰੀਨਾਂ ਰਾਹੀਂ ਹੋਰ ਮੀਡੀਆ ਆਊਟਲੈਟਸ ਰਾਹੀਂ ਗੁਰੂ ਸ਼ਬਦ ਨਾਲ ਸਾਂਝ ਪਾਉਣ ਦੀ ਸਾਨੂੰ ਇਸ ਵਕਤ ਚੇਟਕ ਪ੍ਰਾਪਤ ਹੈ। ਇਹ ਵੀ ਵਡਭਾਗਤਾ ਆ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਦਾ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਅਸ਼ਟਪਦੀਆਂ ਦਾ ਸੰਦੇਸ਼ ਅਸੀਂ ਵਿਚਾਰਦੇ ਹਾਂ। ਇਸ ਲੜੀ ਵਿੱਚ ਜੋ ਆਪ ਜੀ ਨੇ ਸ਼ਬਦ ਸਰਵਨ ਕੀਤਾ ਹੈ, ਇਹਦੀ ਤਕਰੀਰ ਐਕਸਪਲੇਨੇਸ਼ਨ ਜਿਹੜੀ ਹੈ ਉਹ ਬੀਤੇ ਕੁਝ ਦਿਨਾਂ ਤੋਂ ਅਸੀਂ ਕਰ ਰਹੇ ਹਾਂ। ਅਸੀਂ ਪਦਾ ਬਾ ਪਦਾ ਵਿਚਾਰਦਿਆਂ ਹੋਇਆਂ 3 ਬੰਦੇ ਦੇ ਵਿਚਾਰੇ ਨੇ। ਅੱਜ 4 ਨੰਬਰ ਬੰਦ ਤੋਂ ਵਿਚਾਰ ਅੱਗੇ ਤੋਰਾਂਗੇ। As time allows, we will actually try to discuss the part of Shabads as much as we can. ਸੋ ਬਚਨ ਹੈ ਰਹਾਉ ਦੇ ਬੰਦ ਤੋਂ ਪ੍ਰਾਰੰਭ ਕਰ ਰਹੇ ਹਾਂ। ਮਹਾਰਾਜ ਜ਼ਿਕਰ ਕਰਦੇ, ਹਰ ਹਉ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ। ਮੈਂ ਵਾਰਨੇ ਜਾਨਾ ਹਾਂ, ਕੁਰਬਾਨ ਜਾਨਾ ਹਾਂ ਕਿਹਦੇ ਤੋਂ? ਨਾਮ ਸੁਣ ਮਨ ਵਸਾਵਣਿਆ। ਜਿਸ ਨੇ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਕਰਾਉਣ ਵਾਲੇ ਉਸ ਗਿਆਨ, ਸ਼ਬਦ, ਅਲਫਾਜ਼, ਹਰਫ, ਅੱਖਰ ਉਹਨਾਂ ਨੂੰ ਸਰੋਤ ਕੀਤਾ ਤੇ ਇਕੱਲਾ ਸਰੋਤ ਨਾ ਕੀਤਾ, ਉਹਨਾਂ ਨੂੰ ਮੰਨ ਲਿਆ। ਉਸ ਗਿਆਨ, ਉਸ ਸੋਝੀ ਦੇ ਮੁਤਾਬਕ ਜੀਵਨ ਨੂੰ ਢਾਲਿਆ। ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ। ਹਰ ਜੀਓ ਸੱਚਾ ਊਚੋ ਊਚਾ ਹਉਮੈ ਮਾਰ ਮਿਲਾਵਣਿਆ। ਹਰੀ ਹਾਜ਼ਰ ਨਾਜ਼ਰ ਆ, ਸੱਚਾ ਆ, ਅਸਲ ਆ, ਅਲਟੀਮੇਟ ਰਿਐਲਿਟੀ ਹੈ। ਉੱਚੋ ਉੱਚਾ ਬੜਾ ਸੁਪੀਰੀਅਰ ਆ, ਮਤਲਬ ਮੇਰੀ ਸੋਚਣ ਤੋਂ ਕਿਤੇ ਵੱਡੀ ਉਹਦੀ ਹਸਤੀ ਹੈ। ਪਰ ਹਾਂ ਇਹ ਨਹੀਂ ਕਿ ਮੈਂ ਉਹਦੇ ਤੋਂ ਮੇਰੀ ਉਹਦੀ ਸਾਂਝ ਨਹੀਂ ਹੋ ਸਕਦੀ ਹੈ। ਹਉਮੈ ਮਾਰ ਮਿਲਾਵਣਿਆ। ਜੇ ਮੈਂ ਆਪਣੀ ਹਸਤੀ ਨੂੰ ਮਿਟਾ ਦਿਆਂ, ਅਹੰਗ ਬਿਰਤੀ, ਹੰਕਾਰ ਵਾਲਾ ਪੱਖ ਜਿਹੜਾ ਮੇਰਾ ਉਹ ਚਲਾ ਜਾਏ, ਹਉਮੈ ਦਾ ਭਾਵ ਮੇਰੇ 'ਚ ਘਟ ਜਾਏ, ਪੋਸੀਬਿਲਿਟੀ ਹੈ ਮੈਂ ਉਸ ਕਰਤਾਰੀ ਰੰਗ 'ਚ ਰੰਗਿਆ ਜਾਵਾਂਗਾ। ਇਹ ਰਹਾਉ ਦਾ ਬੰਦ ਆ। ਜੋ 4 ਨੰਬਰ ਪਦਾ ਆ, ਸਭ ਜ਼ਿਕਰ ਕਰਦੇ ਨੇ। ਕਾਮਣ ਗੁਣਵੰਤੀ ਹਰ ਪਾਏ, ਪਹਿ ਪਾਏ ਸ਼ਿੰਗਾਰ ਬਣਾਏ। ਕਾਮਣ ਕੱਕਾ, ਕੰਨਾ, ਮੰਮਾ, ਅਣਾਣਾ ਤੇ ਨਾਣੇ ਨੂੰ ਸਿਹਾਰੀ ਪਈ ਹੈ। ਅਰਥ ਕਰਦੇ ਹਾਂ ਬਿਹਾਰੀ ਕਰਾਂਗੇ ਕਾਮਣੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਸ਼ਬਦ ਇੱਕ ਤੋਂ ਵਧੀਕ ਅਰਥਾਂ ਦੇ ਵਿੱਚ ਕੌਨਟੈਕਸਟ ਦੇ ਅਕੋਰਡਿੰਗਲੀ ਉਹਦੀ ਜਿਹੜੀ ਵਰਡ ਟਰਾਂਸਲੇਸ਼ਨ ਆ ਉਹ ਬਦਲਦੀ ਹੈ ਤੇ ਉਹਦੇ ਮਾਇਨੇ ਬਦਲਦੇ ਨੇ। ਜਿਵੇਂ ਇੱਥੇ ਕਾਮਨ ਲਫ਼ਜ਼ ਫੈਮਿਨਨ ਜੈਂਡਰ ਵਾਸਤੇ ਆ ਰਿਹਾ ਹੈ, ਪਰ ਅਸੀਂ ਜੇ ਹੋਰ ਸ਼ਬਦ ਪੜ੍ਹੀਏ, ਮੈਂ ਇੱਕ ਦੋ ਸ਼ਬਦ ਤੁਹਾਡੇ ਸਾਹਮਣੇ ਪੜ੍ਹ ਦੇਣਾ ਮਹਾਰਾਜ ਦੀ ਬਾਣੀ 'ਚੋਂ। ਸਭ ਜ਼ਿਕਰ ਕਰਦੇ ਨੇ ਕਿ ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ। ਹੁਣ ਜਿਹੜਾ ਪਹਿਲਾ ਕਾਮਣ ਹੈ ਉਹਦੇ ਵਿੱਚ ਉਹ ਮੁਕਤਾ ਆ, ਬਿਨਾਂ ਕਿਸੇ ਮਾਤਰਾ ਤੋਂ। ਦੂਸਰੇ ਕਾਮਣ ਨੂੰ ਉੱਥੇ ਵੀ ਸਿਹਾਰੀ ਲੱਗੀ ਹੈ। ਗੁਣ ਕਾਮਣ, ਕਾਮਣ ਟੂਣੇ ਨੂੰ ਵੀ ਕਿਹਾ ਜਾਂਦਾ ਹੈ। ਪੁਰਾਣੇ ਸਮੇਂ, ਈਵਨ ਪੁਰਾਣੇ ਕਿਉਂ ਅੱਜ ਦੇ ਦੌਰ ਵਿੱਚ ਤੁਸੀਂ ਦੇਖ ਲਵੋ, ਉਹ 'ਚ ਵੀ ਗੱਲ ਹੈ ਕਿ ਕਿਤੇ ਇਸਤਰੀ ਦੀ ਹੋਣੀ ਜਿਹੜੀ ਹੈ ਉਹ ਬਹੁਤ ਡਿਪੈਂਡੈਂਟ ਹੈਗੀ ਹੈ। ਵੈਸੇ ਤਾਂ ਹੋਣਾ ਤਾਂ ਇਹ ਚਾਹੀਦਾ ਹੈ ਕਿ ਪਰਿਵਾਰ ਦਾ ਭਾਵੇਂ ਮੈਸਕੂਲਨ ਜੈਂਡਰ ਹੈ ਤੇ ਭਾਵੇਂ ਫੈਮਿਨਨ, ਉਹ ਇੱਕ ਦੂਜੇ ਤੇ ਕੋ ਡਿਪੈਂਡੈਂਟ ਹੋਏ, ਇੱਕ ਦੂਜੇ ਦਾ ਸਹਾਈ ਹੋਏ। ਪਰ ਜਿੱਥੇ ਪੁਰਖ ਪ੍ਰਧਾਨ ਸਮਾਜ ਹੋਏ, ਉੱਥੇ ਜਿਹੜਾ ਫੈਮਿਨਨ ਜੈਂਡਰ ਹੈ, ਇਟਸ ਜਸਟ ਏ ਆਬਜੈਕਟ, ਨਥਿੰਗ ਐਲਸ। ਉਹਨੂੰ ਇਸ ਰੂਪ ਦੇ ਵਿੱਚ ਟਰੀਟ ਕੀਤਾ ਜਾਂਦਾ ਇਸ ਤਰੀਕੇ ਦੇ ਨਾਲ। ਇਹਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਰੀਜ਼ਨ ਜਿਹੜੇ ਨੇ ਉਹ ਕੁਦਰਤੀ ਤੌਰ 'ਤੇ ਪ੍ਰਕਿਰਤਿਕ ਸਾਈਡ ਤੋਂ ਵੀ ਆਉਂਦੇ ਨੇ, ਨੈਚੁਰਲੀ। ਕੁਝ ਸਮਾਜਾਂ ਦੀ ਬਣਤਰ ਵਿੱਚੋਂ ਆਉਂਦੇ ਨੇ, ਕੁਝ ਕਲਚਰਲ ਜਿਹੜੇ ਨੇ ਉਹਨਾਂ ਦੇ ਰਹੋ ਰਹਿਤ ਵਿੱਚੋਂ, ਰਹਿਣ ਸਹਿਣ ਵਿੱਚੋਂ ਨਿਕਲਦੇ ਨੇ। ਜੇ ਅਸੀਂ ਇਸ ਤਰੀਕੇ ਨਾਲ ਦੇਖੀਏ ਤੇ ਜਿਵੇਂ ਜਿੱਥੇ ਮਸਲਸ ਦੀ ਲੋੜ ਪਏਗੀ, ਮਸਲਸ ਐਕਟੀਵਿਟੀ ਵੱਧ ਹੋਣਗੀਆਂ, ਇਹੋ ਜਿਹੇ ਕੰਮਕਾਰ ਹੋਣਗੇ, ਉੱਥੇ ਡੈਫੀਨੇਟਲੀ ਮੈਸਕੂਲਨ ਜੈਂਡਰ ਨੂੰ ਇੰਪੋਰਟੈਂਸ ਮਿਲੇਗੀ। ਕਿਰਸਾਨੀ ਨਾਲ ਜੁੜੇ ਹੋਏ ਲੋਕ, ਖੇਤ ਖਲਿਹਾਨ ਵਾਹੁਣ ਵਾਲੇ, ਸਭ ਉਸ ਤਰੀਕੇ ਦੇ ਨਾਲ ਉੱਥੇ ਮੈਸਕੂਲਨ ਜੈਂਡਰ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ।
ਫਿਰ ਉਹ ਜੇ ਤਰਜੀਹ ਕੰਮਾਂ ਕਾਰਾਂ ਦੇ ਵਿੱਚ ਹੈ, ਸਭ ਚੀਜ਼ਾਂ ਦੇ ਵਿੱਚ ਹੈ, ਡਿਸੀਜਨ ਮੇਕਿੰਗ 'ਚ ਵੀ ਉਹਦੀ ਹੋਏਗੀ। ਫਿਰ ਉਹ ਆਪਣੇ ਆਪ ਨੂੰ ਲੀਡਿੰਗ ਰੋਲ 'ਚ ਵੀ ਰੱਖੇਗਾ। ਸੋ ਇਹ ਸਭ ਚੀਜ਼ਾਂ ਇਸ ਕਲਚਰ 'ਚੋਂ ਨਿਕਲ ਕੇ ਆਈਆਂ। ਜਦੋਂ ਅਸੀਂ ਗੁਰਮਤਿ ਸਕੂਲ ਨੂੰ ਪੜ੍ਹਦੇ ਹਾਂ ਤਾਂ ਗੁਰਮਤਿ ਨੇ ਸਾਨੂੰ ਇਹ ਸਿਖਾਇਆ ਕਿ ਭਾਵੇਂ ਕਿਸੇ ਦਾ ਸਰੀਰਕ ਜੁੱਸਾ ਕੁਝ ਵੀ ਹੈ, ਤਗੜਾ ਆ, ਛੋਟਾ ਆ, ਜਿਸ ਕਿਸਮ ਦੇ ਨਾਲ ਵੀ ਹੈ, ਪਰ ਇਸ ਕੁਦਰਤ ਵਿੱਚ ਸਭ ਦੇ ਰੋਲ ਨੇ ਆਪੋ ਆਪਣੇ। ਕਿਸੇ ਵੀ ਰੋਲ ਨੂੰ ਅੰਡਰਮਾਈਨ ਨਹੀਂ ਕੀਤਾ ਜਾ ਸਕਦਾ। ਜਦੋਂ ਆਵੇ ਬਾਤ ਇੱਕ ਦੂਜੇ ਨਾਲ ਵਰਤਣ ਦੀ, ਤੇ ਉਹਦੇ ਲਈ ਸਰੀਰ ਕੋਈ ਮਾਇਨੇ ਨਹੀਂ ਰੱਖਦਾ। ਮਾਇਨੇ ਕੀ ਰੱਖਦੀ ਹੈ? ਜੋਤ, ਸਪਿਰਿਟ, ਸੋਲ ਇੱਕ ਹੀ ਅਸਲ ਵਿੱਚ। ਅਸੀਂ ਸਾਰੇ ਉਹ ਰੱਬ ਦੀ ਔਲਾਦ ਹਾਂ, ਇਸੇ ਤਰੀਕੇ ਨਾਲ ਮੰਨਿਆ ਜਾਏ। ਈਵਨ ਅਸੀਂ ਤੇ ਬਚਨ ਪੜ੍ਹੀਏ, ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਦੋ ਕਲਬੂਤਾਂ 'ਚ ਇੱਕ ਜੋਤ, ਇਹ ਵੇਖੀ ਜਾਏ। ਸੋ ਇਸ ਸਾਂਝਾਂ ਦੀ ਇਸ ਕਿਸਮ ਦੀ ਬਾਤ ਆਈ। ਪਰ ਜੇ ਸਮਾਜਿਕ ਬੰਤਰ ਵਿੱਚ ਵੇਖੀਏ ਤੇ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਬਚਨ ਲਿਖੇ, ਹਾਲਾਂਕਿ ਉਹ ਦੱਸੇ ਤੇ ਸਾਨੂੰ ਇਸ ਸੰਸਾਰ ਵਿੱਚ ਸਾਡੀ ਰੂਹ ਤੇ ਕਲਬੂਤ ਦੀ ਸਾਂਝ ਨੂੰ ਸਮਝਦਿਆਂ ਹੋਇਆਂ, ਜਿੰਨੀ ਦੇਰ ਤੱਕ ਇਸ ਕਲਬੂਤ ਵਿੱਚ ਰੂਹ ਹੈ ਉਨੀ ਦੇਰ ਤੱਕ ਇਹਦੀ ਪਾਇਆ ਆ। ਇਸ ਕਰਕੇ ਜਿੰਨੀ ਦੇਰ ਤੱਕ ਉਹ ਜੀੜਾ ਅੰਦਰ ਬੋਲ ਰਿਹਾ, ਇਸ ਦੇਹੀ ਨੂੰ ਚੰਗੇ ਪਾਸੇ ਲਾ। ਅਦਰਵਾਈਜ਼ ਜਿੱਦਨੋਂ ਜੀੜਾ ਚਲਾ ਗਿਆ, ਇਹ ਦੇਹੀ ਮਿੱਟੀ ਦੇ ਭਾਰ ਉਲ ਜਾਏਗੀ, ਇਹਦਾ ਕੁਛ ਮੁੱਲ ਨਹੀਂਗਾ। ਮਗਰ ਸਾਹਿਬ ਨੇ ਜਿਹੜਾ ਕਲਚਰਲ ਸਾਈਡ ਤੋਂ ਮੈਟਾਫੋਰ ਦਿੱਤਾ, ਉਹ ਬਹੁਤ ਕਮਾਲ ਦਾ ਆ। ਅਸੀਂ ਸ਼ਬਦ ਪੜ੍ਹਦੇ ਹਾਂ, ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ। ਉਨੀ ਦੇਰ ਤੱਕ ਹੀ ਤੇਰੀ ਪਾਇਆ ਆ ਜਿੰਨੀ ਦੇਰ ਤੱਕ ਤੇਰਾ ਸਾਥੀ ਤੇਰੇ ਨਾਲ ਖੜਾ ਆ। ਉਸ ਖਿੱਤੇ ਦੇ ਵਿੱਚ ਔਰਤ ਦੀ ਹੋਣੀ ਮਰਦ ਦੇ ਨਾਲ ਹੈ। ਸਮਾਜਾਂ ਦੀ ਬੰਤਰ ਜਿਵੇਂ ਟ੍ਰੈਡੀਸ਼ਨਲ ਵੇ ਨਾਲ ਰਹੀ, ਉਸ ਤਰੀਕੇ ਨਾਲ ਕੋਈ ਐਸਾ ਕਾਰਨ ਬਣੇ, ਕਿਤੇ ਪਤੀ ਛੱਡ ਜਾਏ ਜਾਂ ਮਰ ਜਾਏ ਜਾਂ ਫੌਤ ਹੋ ਜਾਏ, ਕੁਛ ਹੋ ਜਾਏ, ਉਸ ਔਰਤ ਦੀ ਹੋਣੀ ਥੋੜਾ ਰਹਿ ਜਾਂਦੀ ਹੈ ਕੋਈ। ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਉਹ ਤਨ ਖਾ ਕੇ ਚ ਰੁਲ ਜਾਏਗੀ, ਮਿੱਟੀ 'ਚ ਰੁਲ ਜਾਏਗੀ। ਇਹਦੀਆਂ ਮਿਸਾਲਾਂ ਗੁਰੂ ਬਾਬਾ ਜੀ ਨੇ ਦਿੱਤੀਆਂ। ਫਿਰ ਇਹੋ ਜਿਹਾ ਸਮਾਜ ਡਰ ਦਾ ਸਮਾਜ ਹੁੰਦਾ ਆ। ਇਸਤਰੀ ਧਿਰ ਡਰ ਕੇ ਰਹੇਗੀ ਹਰ ਵਕਤ, ਕਿਤੇ ਮੇਰੇ ਖਾਵੰਦ ਨੂੰ ਕੁਝ ਨਾ ਹੋ ਜਾਏ, ਮੈਨੂੰ ਕਿਤੇ ਛੱਡ ਨਾ ਦੇਵੇ। ਸੋ ਹਰ ਤਰੀਕੇ ਨਾਲ ਕੰਪਰੋਮਾਈਜ਼ ਕਰਦੀ ਲੱਗੀ ਜਾਏਗੀ। ਇਹ ਕੋਈ ਸਮਾਜ ਚੰਗੀ ਬੰਤਰ ਨਹੀਂ ਨਿਕਲਦੀ। ਜਿਹੜੀ ਕਾਵਰਡਨੈਸ ਹੈ, ਜਿਹੜੀ ਕਮਜ਼ੋਰੀ ਹੈ, ਜਨਰੇਸ਼ਨ ਬਾਏ ਜਨਰੇਸ਼ਨ ਆ ਗਈ, ਵੀਕਨੈਸ, ਕਿਤੇ ਸਟੈਂਡ ਹੀ ਨਹੀਂ ਲੈਣਾ ਹੱਕ ਹਕੂਕ ਵਾਸਤੇ, ਸੱਚ ਵਾਸਤੇ, ਕਿਸੇ ਚੀਜ਼ ਵਾਸਤੇ ਖੜਨਾ ਹੀ ਨਹੀਂ। ਇਹ ਕਿੱਥੋਂ ਆਇਆ? ਇਹ ਐਕਚੁਅਲੀ ਜੈਨੇਟਿਕਲੀ ਐਵੇਂ ਆਉਂਦਾ ਗਿਆ, ਜੀਨਸ ਵਿੱਚੋਂ, ਤੇ ਖਾਸ ਕਰਕੇ ਮਾਂ ਤੋਂ। ਇਹ ਬਾਤ ਮੰਨੀ ਗਈ ਹੈ, ਸਾਈਕੋਲੋਜੀਕਲੀ ਅੱਜ ਗੱਲ ਕਹੀ ਜਾਂਦੀ ਹੈ। ਜਿਨ੍ਹਾਂ ਘਰਾਂ, ਥਾਵਾਂ, ਸਮਾਜਾਂ ਦੇ ਵਿੱਚ ਬੰਦ ਦਰਵਾਜ਼ਿਆਂ ਦੇ ਪਿੱਛੇ, ਪਰਦਿਆਂ ਦੇ ਪਿੱਛੇ ਲੁਕ ਲੁਕ ਕੇ ਮਾਵਾਂ ਸਿਸਕਦੀਆਂ ਨੇ, ਰੋਂਦੀਆਂ ਨੇ, ਵਿਲਕਦੀਆਂ ਨੇ, ਉਹਨਾਂ ਸਮਾਜਾਂ ਦੇ ਬੱਚੇ, ਉਹਨਾਂ ਪਰਿਵਾਰਾਂ ਦੇ ਬੱਚੇ ਕੋਈ ਬਹੁਤ ਉੱਚੀਆਂ ਉਡਾਰੀਆਂ ਨਹੀਂ ਭਰਦੇ, ਕਿਉਂਕਿ ਖੌਫ ਉਹਨਾਂ ਦੇ ਜ਼ਿਹਨ ਦਾ ਦੂਜਾ ਹਿੱਸਾ ਹੋ ਜਾਂਦਾ ਆ। ਜੇ ਗੁਰੂ ਬਾਬਾ ਜੀ ਨੇ ਸਮਾਜ ਬਦਲਿਆ ਤੇ ਕੀ ਬਦਲਿਆ? ਔਰਤ ਦੀ ਹੋਣੀ ਨੂੰ ਬਦਲਿਆ। ਇੱਕ ਗੁਣਾਤਮਕ ਪੱਖ ਤੋਂ ਸੁਸਾਇਟੀ ਖੜੀ ਕੀਤੀ, ਔਰਤ ਨੂੰ ਇੰਨੀ ਆਜ਼ਾਦੀ ਦਿੱਤੀ, ਉਹਦੇ ਹੱਕ ਹਕੂਕ ਦੀ ਗੱਲ ਕੀਤੀ, ਉਹਨੂੰ ਇਸ ਲੈਵਲ ਤੇ ਲਿਆਂਦਾ ਗਿਆ। ਜਿਵੇਂ ਅਸੀਂ ਸ਼ਬਦ ਵੀ ਪੜ੍ਹਦੇ ਹਾਂ, ਬਾਬਲ ਦਿੱਤੜੀ ਦੂਰ, ਮਤਲਬ ਕਿ ਮਾਪੇ ਧੀਆਂ ਨੂੰ ਅਕਸਰ ਦੂਰ ਵਿਆਹੁੰਦੇ ਸੀ, ਵੀ ਜੇ ਕਿਤੇ ਨੇੜੇ ਵਿਆਹੀ ਗਈ ਤੇ ਤੰਗੀ ਤੇ ਹੋਏਗੀ। ਇਹ ਤੇ ਹੋ ਨਹੀਂ ਨਾ ਸਕਦਾ, ਕਿਉਂਕਿ ਆਪਣੇ ਘਰ 'ਚ ਹੀ ਪਤਾ ਹੈ ਵੀ ਜਿਹੜੀ ਵਿਆਹ ਕੇ ਬਗਾਨੇ ਘਰੋਂ ਲਿਆਂਦੀ, ਉਹ ਭਾਵੇਂ ਉਹਨਾਂ ਬੱਚਿਆਂ ਦੀ ਮਾਂ ਹੀ ਹੋਏ, ਉਹਨੂੰ ਕਿੰਨਾ ਤੰਗ ਕੀਤਾ ਆ, ਦਾਦੀ ਹੋਏ ਕਿੰਨਾ ਤੰਗ ਕੀਤਾ ਆ। ਸਮਾਜ ਨੇ ਵੇਖਿਆ ਸਭ ਕੁਛ, ਤੇ ਜੇ ਤੰਗ ਕੀਤਾ ਤੇ ਜੇ ਨੇੜੇ ਹੋਏਗੀ ਸ਼ਿਕਾਇਤ ਵੀ ਪਹੁੰਚੇਗੀ, ਉਹਦਾ ਕੋਈ ਭਾਈਵਾਲ ਬਣ ਕੇ ਵੀ ਆਏਗਾ, ਉਹਦਾ ਕੋਈ ਦੁੱਖ ਵੀ ਸੁਣੇਗਾ, ਤੇ ਇਹਦੇ ਨਾਲ ਗ੍ਰਸਤੀ ਖਰਾਬ ਹੋਏਗੀ, ਇਹਦੇ ਨਾਲ ਡਿਸਟਰਬੈਂਸ ਕ੍ਰੀਏਟ ਹੋਏਗੀ। ਕਿਉਂ? ਕਿਉਂਕਿ ਜੋ ਮਨ ਆਈ ਕਰਨਾ ਚਾਹੁੰਦੇ ਆ ਉਹ ਨਹੀਂ ਹੋ ਪਾਏਗੀ। ਇਸ ਕਰਕੇ ਦੂਰ ਵਿਆਹੋ, ਜਿੱਥੋਂ ਕਿਤੇ ਜੇ ਕਿਤੇ ਕੋਈ ਸੁਨੇਹਾ ਸੰਦੇਸ਼ ਵੀ ਆਵੇ ਤੇ ਇੰਨਾ ਕੀ ਆਵੇ ਵੀ ਠੀਕ ਹੈ, ਚਲੋ ਐਟਲੀਸਟ ਕੋਈ ਮਿਲਣ ਲਈ ਆ ਗਿਆ ਜਾਂ ਮੈਂ ਮਿਲਣ ਲਈ ਆ ਗਈ, ਬੜਾ ਖੁਸ਼ੀ ਦੀ ਗੱਲ ਹੀ ਕੀਤੀ ਜਾਏ, ਸੁੱਖ ਦੀ ਗੱਲ ਹੀ ਕੀਤੀ ਜਾਏ। ਬਾਕੀ ਆਪਣੇ ਸਿਰ ਪਈ ਨੂੰ ਆਪ ਨਜਿੱਠੇ ਇਸ ਤਰੀਕੇ ਦੇ ਨਾਲ। ਹੁਣ ਜਿਹਦੀ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ, ਜਿਹਦਾ ਕੋਈ ਫਾਈਨੈਂਸ਼ੀਅਲ ਵਜੂਦ ਨਹੀਂ, ਸੋਸ਼ਲ ਸਟੇਟਸ ਨਹੀਂ ਕਿਸੇ ਕਿਸਮ ਦਾ, ਉਹ ਸਭ ਕੁਝ ਫਿਰ ਕੈਸੀ ਹੋਣੀ ਹੋਏਗੀ? ਉਹਨੂੰ ਤੇ ਭਾਵੇਂ ਕੋਈ ਕਹਿ ਦੇ ਵੀ ਦੇਖ
ਇਹ ਬੰਦਾ ਤੇਰੇ ਆਖੇ ਲੱਗ ਜਾਏਗਾ, ਪਰ ਤੈਨੂੰ ਵਰਤ ਰੱਖਣੇ ਪੈਣਗੇ, ਭੁੱਖੇ ਰਹਿਣਾ ਪਏਗਾ। ਉਹ ਕਹਿੰਦੀ ਕੋਈ ਗੱਲ ਨਹੀਂ, 10 ਦਿਨ ਵੀ ਰਹਿ ਲਾਂਗੀ, ਤਾਂ ਕੀ ਫਰਕ ਪੈਂਦਾ ਹੈ। ਇਹ ਮਰੇਗਾ ਨਹੀਂ, ਇਹਨੂੰ ਕੁਛ ਨਹੀਂ ਹੋਏਗਾ। ਜੇ ਤੂੰ ਭੁੱਖੀ ਰਹੇਂਗੀ ਤੇ ਪੈਰ ਧੋ ਕੇ ਪੀਏਂਗੀ। ਉਹ ਕਹਿੰਦੀ ਪੀ ਲਾਂਗੇ, ਕੋਈ ਗੱਲ ਨਹੀਂ। ਹੁਣ ਇਹੋ ਇਹ ਕਲਚਰ ਚੋਂ ਆਇਆ ਸਭ ਕੁਝ ਇਸ ਤਰੀਕੇ ਦੇ ਨਾਲ। ਇਹ ਸਭ ਰੰਗ ਜਿਹੜੇ ਇਸ ਤਰੀਕੇ ਨਾਲ ਬਣਦੇ ਲਗੇ ਗਏ, ਤੇ ਅਲਟੀਮੇਟਲੀ ਫਿਰ ਕੀ ਹੋਇਆ, ਇਹੋ ਜਿਹੇ ਸਮਾਜ ਦੇ ਵਿੱਚ ਟੂਣੇ, ਤਵੀਤ, ਧਾਗੇ, ਜਿਹਨੂੰ ਅਸੀਂ ਸੁਪਰਸਟੀਸ਼ੀਅਸ ਬਲੀਫ ਕਹਿੰਦੇ ਹੈਗੇ ਆ, ਬਲੀਵਿੰਗ ਸਿਸਟਮ ਕਹਿੰਦੇ ਹੈਗੇ ਆ, ਦੈਟਸ ਦ ਅਸੈਂਸ਼ੀਅਲ ਪਾਰਟ ਆਫ ਸੋਸਾਇਟੀ। ਕਿਉਂਕਿ ਜਿਸ ਧਿਰ ਨੂੰ ਪਤਾ ਹੋਰ ਤੇ ਕਿਸੇ ਨੇ ਮੇਰੀ ਬਾਂਹ ਫੜਨੀ ਨਹੀਂ, ਮੇਰੇ ਆਖੇ ਲੱਗਣਾ ਹੀ ਨਹੀਂ ਕਿਸੇ ਨੇ, ਮੇਰੀ ਗੱਲ ਹੀ ਨਹੀਂ ਸੁਣਨੀ ਕਿਸੇ ਨੇ, ਫਿਰ ਕੀ ਕੀਤਾ ਜਾਏ। ਕੁਝ ਇਹੋ ਜਿਹੀ ਕੋਈ ਸੁਪਰ ਨੈਚੁਰਲ ਪਾਵਰ, ਕੋਈ ਬਾਹਰੋਂ ਕੋਈ ਸ਼ਕਤੀ, ਕੋਈ ਬਾਹਰੋਂ ਹੀ ਕੋਈ ਚੀਜ਼ ਆਵੇ ਜਿਹੜੀ ਅੰਦਿਸਤੀ ਤਾਕਤ ਜਿਹੜੀ ਮੇਰੀ ਮਦਦ ਕਰਦੇ, ਕੁਝ ਇਸ ਕਿਸਮ ਦੇ ਨਾਲ। ਸੋ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਭ, ਤੇ ਜੇ ਕਿਤੇ ਕੋਈ ਚੰਗਾ ਹੋ ਵੀ ਜਾਏ ਆਲੇ ਦੁਆਲੇ, ਤੇ ਵਿਸ਼ਵਾਸ ਕਿੱਥੇ ਆਉਂਦਾ ਵੀ ਐਵੇਂ ਹੋ ਸਕਦਾ ਹੈ, ਕਿਉਂਕਿ ਅੱਜ ਤੱਕ ਕਦੇ ਵੇਖੇ ਹੀ ਨਹੀਂ ਕਦੇ ਵੀ ਕਦੀ ਚੰਗਾ ਹੋਏ। ਘਰ ਦੇ 'ਚ ਧੀਆਂ ਨੇ ਮਾਂ ਨੂੰ ਨਹੀਂ ਵੇਖਿਆ ਕਦੀ ਸੁੱਖ ਦਾ ਸਾਹ ਲੈਂਦਿਆਂ ਨੂੰ, ਚਾਚੀਆਂ ਨੂੰ, ਤਾਈਆਂ ਨੂੰ, ਭੂਆ ਨੂੰ, ਮਾਸੀਆਂ ਨੂੰ, ਕਿਸੇ ਨੂੰ ਦੇਖਿਆ ਤੇ ਹੈ ਨਹੀਂ। ਜੇ ਕਿਤੇ ਮੈਨੂੰ ਕੋਈ ਸੁੱਖ ਦਾ ਸਾਹ ਆ ਰਿਹਾ, ਇਹ ਡੈਫੀਨੇਟਲੀ ਉਹ ਤਵੀਤ ਦੀ ਕਰਾਮਾਤ ਹੈ। ਅਦਰਵਾਈਜ਼ ਐਵੇਂ ਕਿਵੇਂ ਹੋ ਸਕਦਾ ਆ, ਇਹ ਸਮਾਜ ਵਿੱਚ ਕਿਵੇਂ ਬਦਲ ਸਕਦਾ ਹੈ। ਇਹ ਸਭ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੇ ਟੂਣੇ ਟਪਾਰਾਂ ਨੂੰ ਜਨਮ ਦਿੱਤਾ। ਕਾਮਣੀ ਤੋਂ ਰਿਫਲੈਕਟ ਹੋ ਕੇ ਬਣ ਗਿਆ ਕਾਮਣ। ਇਸਤਰੀ ਦਾ ਮਤਲਬ ਟੂਣਾ, ਟੂਣੇ ਕਰਨ ਵਾਲੀ। ਉਹ ਟੂਣੇ ਕਰਦੀ ਹੈ, ਉਹ ਤਵੀਤ ਕਰਦੀ ਹੈ, ਧਾਗੇ ਕਰਦੀ ਹੈ, ਘੋਲ ਕੇ ਪਿਆ ਦਿੰਦੀ ਹੈ। ਇਹ ਸਭ ਚੀਜ਼ਾਂ ਇਹ ਸਮਾਜ ਇਸ ਕਿਸਮ ਦੇ ਨਾਲ ਫੈਲਾਅ ਵਿੱਚ ਰਿਹਾ। ਗੁਰੂ ਬਾਬਾ ਜੀ ਨੇ ਕਿਹਾ, ਉਹ ਸਮਾਜ ਦੇ ਲੋਕੋ, ਪਹਿਲੀ ਗੱਲ ਤੇ ਆ ਦੇਖੋ, ਜੇ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣਾ ਆ ਤੇ ਬੱਚੀਆਂ ਨੂੰ, ਇਸਤਰੀਆਂ ਨੂੰ ਇੰਪਾਵਰਮੈਂਟ, ਤਾਕਤ ਦੇਣੀ। ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਦਾ ਸੰਬੰਧ ਦੇਖੋ ਕੈਸਾ ਆ। ਬਾਬਾ ਜੀ ਉਹਦੇ ਘਰ ਰਹਿੰਦੇ, ਉਹਦੇ ਪਿੰਡ ਰਹਿੰਦੇ, ਉਹਦੇ ਗ੍ਰਾਂ ਰਹਿੰਦੇ, ਉੱਥੇ ਜੌਬ ਕਰਦੇ। ਕਿਆ ਇੱਕ ਐਸਾ ਜਿਹੜਾ ਹੈਗਾ, ਜਿਹਨੂੰ ਕਹੋ ਕਿ ਐਸਾ ਬੌਂਡ ਜਿਹੜਾ ਹੈਗਾ, ਤੁਸੀਂ ਦੇਖ ਸਕਦੇ ਹੋ ਕਿਤੇ ਹੋਰ। ਫਿਰ ਕੱਲਾ ਹੀ ਨਹੀਂ, ਤੁਸੀਂ ਉਸ ਤੋਂ ਬਾਅਦ ਦੇਖਦੇ ਹੋ ਮਾਤਾ ਖੀਵੀ, ਜਿਸ ਗੁਰੂ ਗ੍ਰੰਥ ਸਾਹਿਬ ਸ਼ਬਦ ਪੜ੍ਹਦੇ ਆ ਕਿ ਬਲਵੰਡ ਖੀਵੀ ਨੇਕ ਜ਼ਨ, ਨੇਕ ਔਰਤ, ਉਸ ਵਰਗੀ ਜ਼ਨ, ਉਸ ਵਰਗੀ ਜ਼ਨ ਤੋਂ ਲਫ਼ਜ਼ ਜਨਾਨੀ ਬਣਿਆ ਹੈਗਾ ਇਸ ਰੂਪ ਦੇ, ਜਨਨ ਵਾਲੀ। ਉਸ ਤੋਂ ਵਧੀਆ ਮਾਂ, ਉਸ ਤੋਂ ਵਧੀਆ ਔਰਤ ਕੌਣ ਹੋ ਸਕਦੀ ਏ, ਜਿਹੜੀ ਨੇਕ ਬਣ ਕੇ, ਨਹੀਂ ਤੇ ਨੇਕ ਤੇ ਬੰਦੇ ਹੁੰਦੇ ਨੇ, ਔਰਤ ਨੇਕ ਕਿੱਥੋਂ ਹੋ ਜਾਏਗੀ। ਕਿਉਂ? ਕਿਉਂਕਿ ਨੇਕੀ ਦਾ ਕੰਮ ਤੇ ਬੰਦੇ ਕਰਦੇ, ਕਿਸੇ ਤੇ ਪਰਉਪਕਾਰ ਕਰਦੇ, ਕਿਸੇ ਦੀ ਮਦਦ ਕਰਦੇ, ਕਿਸੇ ਨੂੰ ਕੁਛ ਦਾਨ ਪੁੰਨ ਕਰਦੇ। ਤੇ ਇੱਥੇ ਕੀ ਹੈ, ਇੱਥੇ ਉਹ ਲੰਗਰ ਵਰਤਾ ਰਹੀ ਹੈ, ਉਹ ਲੰਗਰਾਂ ਦੀ ਇੰਚਾਰਜ, ਉਸ ਰੂਪ 'ਚ ਇੰਪਾਵਰਮੈਂਟ, ਇੱਕ ਨਵਾਂ ਰੋਲ ਦਿੱਤਾ ਜਾ ਰਿਹਾ। ਸਿੱਖੀ ਦੇ ਤੁਸੀਂ ਆਸ਼ੇ ਦੇਖੋ ਕਿੰਨੇ ਜ਼ਬਰਦਸਤ ਨੇ। ਜੇ ਅਸੀਂ ਗੁਰੂ ਅਮਰਦਾਸ ਸਾਹਿਬ ਦੇ ਦੌਰ 'ਚ ਦੇਖਦੇ ਹਾਂ, ਕਿਆ ਕਮਾਲ ਹੈ। ਸਭ ਤੋਂ ਪਿਆਰੀ ਆਪਣੀ ਬੱਚੀ ਬੀਬੀ ਭਾਨੀ, ਉਹਦਾ ਵਿਆਹ ਕਰਦੇ ਤੇ ਕਿੱਥੇ ਕਰਦੇ, ਘਰ ਦੇ ਵਿੱਚ, ਕਿਤੇ ਦੂਰ ਦੇਣਾ ਉਸ ਰੂਪ ਦੇ 'ਚ ਨਾ। ਫਿਰ ਇਹ ਦੇਖਣਾ ਸਮਾਜਾਂ ਦੇ 'ਚ ਸਾਡੀ ਨੱਕ ਕਿਵੇਂ ਵੱਡੀ ਹੋਏਗੀ। ਧੀ ਉਹ ਭਾਵੇਂ ਰੋ ਲਵੇ, ਕੋਈ ਗੱਲ ਨਹੀਂ, ਥੋੜਾ ਬਹੁਤਾ, ਪਰ ਐਟਲੀਸਟ ਅਸੀਂ ਤੇ ਕਵਾਂਗੇ ਕੁੜਮ ਸਾਡੇ ਕੈਸੇ ਨੇ। ਸਾਡੀ ਇੱਜ਼ਤ ਬਣਦੀ ਹੈ ਕੁੜਮਾਂ ਨੂੰ ਵੇਖ ਕੇ। ਲੋਕੀ ਕੁੜਮਾਚਾਰੀ ਵਾਸਤੇ ਮਰਦੇ ਨੇ। ਅੱਜ ਵੀ ਤੁਸੀਂ ਦੇਖੋ ਧੀਆਂ ਦੇ ਰਿਸ਼ਤੇ ਕਿਵੇਂ ਲੋਕੀ ਕਰਦੇ, ਕਿਸ ਤਰੀਕੇ ਨਾਲ ਸੋਚਦੇ। ਉਹ ਭਾਵੇਂ ਬਿਨਾਂ ਸ਼ੱਕ ਨਰਕ ਦੀ ਭਾਗੀ ਬਣ ਕੇ ਰਹੇ, ਪਰ ਹਾਂ ਇਹ ਹੈ ਸਮਾਜ, ਸੁਸਾਇਟੀ 'ਚ ਵੱਡਾ ਨਾਂ ਆ ਉਹਨਾਂ ਦਾ, ਖਾਨਦਾਨ ਆ, ਫਲਾਂ ਆ। ਭਾਈ ਜੇਠੇ ਦੇ ਰੂਪ ਵਿੱਚ ਦੇਖੋ ਕੁਝ ਵੀ ਨਹੀਂ, ਪਰ ਇਹ ਪੱਕਾ ਆ ਕਿ ਇਹੋ ਜਿਹੀ ਰੂਹ, ਇਹੋ ਜਿਹੀ ਹਸਤੀ ਨਹੀਂ ਲੱਭ ਸਕਦੀ। ਧੀ ਨੂੰ ਜੇ ਕਿਸੇ ਨਾਲ ਤੋਰਨਾ ਤੇ ਇਹੋ ਜਿਹੇ ਸ਼ਖਸ ਨਾਲ ਤੋਰਨਾ ਹੈ। ਤੁਸੀਂ ਇੱਕ ਤੋਂ ਬਾਅਦ ਇੱਕ ਲੈਵਲ ਦੇਖੋ। ਜੇ ਅਸੀਂ ਗੁਰੂ ਅਰਜਨ ਸਾਹਿਬ ਦਾ ਦੇਖਦੇ ਹਾਂ ਸਮਾਂ, ਤੇ ਹਕੀਕਤ ਇਹ ਹੈ, ਵਿਆਹ ਨੂੰ ਵਰਾ 2 ਵਰੇ ਲੰਘ ਜਾਣ ਤੇ ਅਗਲੇ ਕਹਿਣ ਲੱਗਦੇ ਨੇ ਬਸ ਇਹ ਕਿੱਥੋਂ ਬਾਂਝ ਵਿਆਹ ਲਿਆਂਦੀ, ਦੱਸੋ, ਛੱਡੋ ਪਰਾਂ ਇਹ ਤੇ। ਕਿਉਂਕਿ ਔਰਤ ਦਾ ਕੰਮ ਇਹੀ ਹੈ, ਜਾਂ ਤੇ ਚੁੱਲ੍ਹਾ ਸਾਂਭਣਾ ਉਸਨੇ ਘਰ ਦੇ ਵਿੱਚ, ਤੇ ਜਾਂ ਬੱਚੇ ਜੰਨੇ ਨੇ, ਬਸ ਹੋਰ ਤੇ ਕੰਮ ਕੋਈ ਨਹੀਂ ਹੈਗਾ ਉਹਦਾ। ਤੇ ਜਦੋਂ ਉਸ ਲੈਵਲ ਤੇ, ਉਸ ਰੂਪ ਦੇ 'ਚ ਨਹੀਂ, ਤੇ ਫਿਰ ਉਹਨੂੰ ਕੌਣ ਪਸੰਦ ਕਰੇਗਾ। ਮਾਤਾ ਗੰਗਾ ਦਾ ਰੋਲ ਦੇਖੋ ਘਰ ਦੇ ਵਿੱਚ। ਹਾਂ, ਔਲਾਦ ਆਉਂਦੀ ਹੈ ਸ਼ਿੱਦਤ ਦੀ ਉਡੀਕ ਤੋਂ ਬਾਅਦ,
ਪਰ ਇਹ ਥੋੜਾ ਕਿ ਤੁਸੀਂ ਤਵਾਰੀਖ 'ਚ ਮਾੜਾ ਮੋਟਾ ਇਸ ਤਰੀਕੇ ਨਾਲ ਪੜ੍ਹੋ ਵੀ ਕੋਈ ਗੁਰੂ ਸਾਹਿਬ ਨੇ ਕੋਈ ਇਤਰਾਜ਼ ਕੀਤਾ ਹੋਏ, ਕੋਈ ਮਨ ਮੁਟਾਵ ਹੋਏ, ਨਥਿੰਗ। ਸੋ ਹਰ ਲੈਵਲ ਤੇ ਚੀਜ਼ਾਂ ਆ ਰਹੀਆਂ ਨੇ। ਤੇ ਜੇ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਦੇਖ ਲਈਏ, ਬਾਈ ਚਾਂਸ ਬਾਤ ਆਈ ਹੈ, ਤੇ ਮੈਂ ਤੁਹਾਨੂੰ ਤਵਾਰੀਖ ਦਾ ਕੋਈ ਰੰਗ ਵਿਖਾ ਦਿੰਦਾ, ਉਸ ਤੋਂ ਬਾਅਦ ਬਚਨ ਦੇ ਅਰਥ ਕਰ ਦਿੰਦਾ। ਅਦਰਵਾਈਜ਼ ਸਾਡੇ ਇੱਥੇ ਪੰਜਾਬੀ ਕਲਚਰ ਡੋਮੀਨੇਟ ਕਰਦਾ ਆ, ਤੇ ਜਿਹੜੀ ਸਿੱਖੀ ਧਾਰਾ ਆ, ਸਿੱਖੀ ਕਲਚਰ ਦੀ ਜਿਹੜੀ ਲੇਅਰ ਆ, ਉਹ ਕਿਤੇ ਅਸੀਂ ਅੱਖੋਂ ਪਰੋਖੀ ਕਰ ਦਿੱਤੀ, ਅਸੀਂ ਉਹਨੂੰ ਇਨਵਿਜ਼ੀਬਲ ਕਰ ਦਿੱਤਾ ਹੈ। ਵੀ ਆਰ ਨਾਟ ਪੇਇੰਗ ਅਟੈਂਸ਼ਨ ਟੂਵਰਡ ਦਾ ਸਿੱਖੀ ਕਲਚਰ ਐਟ ਆਲ। ਸਾਡੇ ਇੱਥੇ ਗੁਰਦੁਆਰੇ ਦੀਆਂ ਸਟੇਜਾਂ ਤੇ ਖੜੇ ਹੋ ਕੇ ਵੀ ਇਹ ਗਾਇਆ ਤੇ ਸੁਣਾਇਆ ਜਾਂਦਾ ਹੈ, ਪੁੱਤਰ ਮਿੱਠੜੇ ਮੇਵੇ ਸਭ ਰੱਬ ਨੂੰ ਦੇਵੇ, ਪੁੱਤੀ ਪੁੱਤ ਨੇ ਬਸ, ਔਲਾਦ ਹੋਏ ਤੇ ਪੁੱਤ ਹੋਏ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਗਿਆ। ਨੋ ਡਾਊਟ ਹਰ ਇੱਕ ਇੰਡੀਵਿਜੂਅਲ ਦਾ ਸਮਾਜ 'ਚ ਰੋਲ ਹੈ, ਪਰਿਵਾਰ 'ਚ ਰੋਲ ਹੈ, ਹਰ ਰੂਪ ਦੇ ਰੋਲ ਵਿੱਚ ਰੋਲ ਹੈ। ਪਰ ਧੀਆਂ ਔਲਾਦਾਂ ਦੇ ਰੂਪ ਦੇ ਅੰਦਰ ਉਹਨਾਂ ਦੀ ਕੋਈ ਹੋਂਦ ਨਹੀਂ ਹੈ। ਮੈਂ ਇੱਕ ਰੰਗ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦਾ ਬਾਈ ਚਾਂਸ ਕਹਿਣ ਲੱਗਾ ਸੀਗਾ ਕਿ ਗੁਰੂ ਅਰਜਨ ਸਾਹਿਬ ਸ਼ਹਾਦਤ ਪਾ ਗਏ। ਮਾਤ ਗੰਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਛੋਟੀ ਉਮਰੇ ਵਿਆਹ ਕਰਤਾ ਗੁਰੂ ਬਣਨ ਤੋਂ ਬਾਅਦ। ਵਿਆਹ ਤਾਂ ਜੀਵਨ ਚੱਲਿਆ, ਵਰੇ ਬਾਅਦ ਹੀ ਔਲਾਦ ਆ ਗਈ। ਜਿਹੜੇ ਪਲੇਠੇ ਪੁੱਤਰ, ਮਾਤਾ ਗੰਗਾ ਦਾ ਪਲੇਠਾ ਪੋਤਰਾ ਬਾਬਾ ਗੁਰਦਿੱਤਾ ਜੀ, ਉਹਦੀ ਆਮਦ ਹੋਈ। ਹੁਣ ਬਾਬਾ ਗੁਰਦਿੱਤਾ ਜੀ ਜਿਹੜੇ ਨੇ, ਉਹ ਜਦੋਂ ਘਰ 'ਚ ਉਹਨਾਂ ਦੀ ਆਮਦ ਹੋਈ ਤੇ ਪਿੰਡ ਦੀਆਂ, ਨਗਰ ਅੰਮ੍ਰਿਤਸਰ ਦੇ ਆਲੇ ਦੁਆਲੇ ਦੀਆਂ ਸੁਆਣੀਆਂ ਉਹ ਵਧਾਈ ਦਿੰਦੀਆਂ ਨੇ ਆ ਕੇ ਮਾਤਾ ਗੰਗਾ ਨੂੰ, ਗੰਗਾ ਤੈਨੂੰ ਵਧਾਈ ਹੋਏ, ਰੱਬ ਨੇ ਭਾਗ ਲਾਇਆ, ਪੋਤਰਾ ਆਇਆ ਘਰ ਦੇ ਵਿੱਚ। ਸਭ ਨੂੰ ਵਧਾਈਆਂ ਦਿੰਦੀਆਂ। ਕਿਤੇ ਵਧਾਈਆਂ ਦੇ ਕੇ ਪਿੰਡ ਦੀਆਂ ਸੁਆਣੀਆਂ ਘਰ ਤੋਂ ਬਾਹਰ ਨਿਕਲ ਰਹੀਆਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਿਲਾਂ ਦੇ ਅੰਦਰ ਐਂਟਰ ਕਰ ਰਹੇ ਨੇ। ਤੇ ਉੱਥੇ ਐਂਟਰ ਕਰਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਘਰ ਦੀਆਂ ਸੁਆਣੀਆਂ ਜਿਹੜੀਆਂ, ਪਿੰਡ ਦੀਆਂ ਸੁਆਣੀਆਂ ਜਿਹੜੀਆਂ ਨੇ, ਉਹ ਸਤਿਕਾਰਤ ਕਰਦਿਆਂ ਹੋਇਆਂ ਵਧਾਈ ਦਿੰਦੀਆਂ ਨਾਲੇ, ਤੇ ਕਹਿੰਦੀਆਂ ਕਿ ਵਧਾਈ ਹੋਵੇ। ਤੇ ਨਾਲੇ ਸਾਡੇ ਜਿਵੇਂ ਆਮ ਕਰਕੇ ਕਿਹਾ ਜਾਂਦਾ ਪੰਜਾਬੀ ਦੇ 'ਚ ਕੋਈ ਵਧਾਈ ਤੇ ਤੈਨੂੰ ਕਹਿੰਦੇ ਜੀ ਤੁਸੀਂ ਵਧੋ ਜਾਂ ਸਵਾ ਵਧਾਈ ਹੋਏ, ਤੁਹਾਨੂੰ ਕਲਚਰ ਦੇ ਮੁਤਾਬਕ। ਤੇ ਕਈ ਵਾਰ ਬਹੁਤ ਖੁਸ਼ੀ ਵਾਲੀ ਗੱਲ ਹੋਈ, ਜਿਵੇਂ ਪੁੱਤਰ ਦੀ ਔਲਾਦ ਹੋਈ ਤੇ ਅਗਲਾ ਕਹਿੰਦਾ ਜਾਣ ਲੱਗਿਆ ਚਲੋ ਜੀ ਵਧੀਆ ਹੋ ਗਿਆ, ਦਾਤੇ ਨੇ ਜਿਹੜਾ ਹੈਗਾ ਆ ਪੁੱਤ ਬਖਸ਼ਿਆ ਆ, ਤੇ ਕੰਮ ਕਰੇ ਹੁੰਦੇ ਵਰੇ ਨੂੰ ਦਾਤਾ ਜੋੜੀ ਰਲਾਏ। ਮੀਨ ਇੱਕ ਤੇ ਆ ਗਿਆ ਬੇਟਾ, ਇਨਫ ਖੁਸ਼ੀ ਨਹੀਂ ਹੈ, ਇੱਕ ਹੋਰ ਆਵੇ, ਇਹ ਵੀ ਸਾਡੀ ਅਸੀਸ ਹੈ, ਅਗਲੇ ਸਾਲ ਇੱਕ ਸਾਲ ਹੋਰ ਪੁੱਤਰ ਆਵੇ। ਸੋ ਇਸ ਤਰੀਕੇ ਦੇ ਨਾਲ ਉਹ ਪਿੰਡ ਦੀਆਂ ਸੁਆਣੀਆਂ ਕਹਿੰਦੀਆਂ ਹੋਈਆਂ ਵਿਦਾ ਹੁੰਦੀਆਂ ਨੇ ਕਿ ਆਉਂਦੇ ਵਰੇ ਨੂੰ ਰੱਬ ਜੋੜੀ ਰਲਾਏ। ਗੁਰੂ ਹਰਗੋਬਿੰਦ ਸਾਹਿਬ ਸੁਣਦੇ ਨੇ ਤੇ ਸੁਣ ਕੇ ਕਹਿੰਦੇ ਨੇ, ਮਾਂ ਬਾਕੀ ਤੇ ਗੱਲ ਠੀਕ ਹੈ, ਆਪਣੀ ਅਸੀਸ ਵਾਪਸ ਲੈ, ਇਹ ਨਹੀਂ ਚਾਹੀਦੀ। ਉਹ ਕਹਿੰਦੀਆਂ ਕਮਾਲ ਹੈ, ਅਸੀਂ ਕਿਹੜਾ ਕੋਈ ਗਲਤ ਗੱਲ ਕਹੀਏ, ਅਸੀਂ ਤੇ ਬਲਕਿ ਬੜੀ ਸ਼ੁਭ ਭਾਵਨਾ ਦੇ ਨਾਲ ਚੰਗੀ ਗੱਲ ਹੀ ਕਹੀਏ ਵੀ ਇੱਕ ਪੁੱਤ ਆ ਗਿਆ ਤੇ ਉਹਦੇ ਵਰੇ ਨੂੰ ਇੱਕ ਹੋਰ ਆਵੇ ਤੇ ਜੋੜੀ ਰਲੇ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ। ਕਹਿਣ ਲੱਗੇ ਨਹੀਂ, ਅਸੀਸ ਇਹ ਨਹੀਂ ਚਾਹੀਦੀ, ਅਸੀਸ ਲੈ ਲਓ। ਫਿਰ ਅਸੀਸ ਕਿਹੜੀ ਚਾਹੀਦੀ ਹੈ ਜੇ ਅਸੀਸ ਠੀਕ ਨਹੀਂ ਤੇ? ਤਵਾਰੀਖੀ ਬੋਲ ਇਹ ਨੇ, ਗੁਰੂ ਹਰਗੋਬਿੰਦ ਸਾਹਿਬ ਬਿਆਨ ਕਰਦੇ, ਕਹਿੰਦੇ ਮਾਂ ਜੇ ਅਸੀਸ ਦੇਣੀ ਹੈ ਨਾ ਤੇ ਆ ਅਸੀਸ ਦਿਓ। ਕੀ ਅਸੀਸ? ਸੀਲਵੰਤ ਕੰਨਿਆ ਇੱਕ ਹੋਏ, ਨਹੀਂ ਤੋ ਮਾਂ ਗ੍ਰਸਤ ਬਿਗੋਏ। ਉਹ ਮਾਂ ਜੇ ਹੋਏ ਨਾ ਤੇ ਇੱਕ ਸੀਲਵੰਤ ਕੰਨਿਆ ਹੋਏ। ਭਾਵ ਧੀ ਤੋਂ ਬਿਨਾਂ ਘਰ ਕਾਹਦਾ ਆ? ਅਸੀਸ ਦੇ ਕੇ ਜਾਓ, ਪੁੱਤ ਆ ਗਿਆ ਧੀ ਵੀ ਆਵੇ। ਤੇ ਅਸੀਂ ਇਹ ਤਵਾਰੀਖ ਪੜ੍ਹਦੇ ਹਾਂ, ਗੁਰੂ ਸਾਹਿਬ ਦੇ ਘਰ ਸਾਹਿਬਜ਼ਾਦੇ, ਮਤਲਬ ਇੱਕ ਤਰੀਕੇ ਨਾਲ ਲਗਾਤਾਰ ਸਾਹਿਬਜ਼ਾਦਿਆਂ ਦਾ ਜਨਮ ਹੁੰਦਾ ਆ, ਪਰ ਜਿਹੜੀ ਖੁਸ਼ੀ ਬੀਬੀ ਵੀਰੋ ਦੇ ਜਨਮ ਤੇ ਹੁੰਦੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦੇ ਵਿੱਚ, ਉਹਦਾ ਜ਼ਿਕਰ ਸਾਨੂੰ ਤਵਾਰੀਖਾਂ 'ਚ ਮਿਲਦਾ ਆ। ਜਿਸ ਚਾਅ ਨਾਲ ਗੁਰੂ ਸਾਹਿਬ ਦਾ ਵਿਆਹ ਕਰਦੇ ਨੇ, ਫਿਰ ਇੱਕ ਹੋਰ ਰੰਗ ਦੇਖੋ। ਜੇ ਅਸੀਂ ਲੌਂਗ ਰਨ 'ਚ ਦੇਖੀਏ ਨਾ ਤੇ ਚੀਜ਼ਾਂ ਤਾਂ ਸਮਝ ਆਉਂਦੀਆਂ ਨੇ ਸਾਨੂੰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਮੈਦਾਨੇ ਜੰਗ ਦੇ ਵਿੱਚ ਮਨੁੱਖਤਾ ਲਈ, ਮਾਨਵਤਾ ਲਈ ਜੂਝ ਰਹੇ ਨੇ, ਤੇ ਉਹਨਾਂ ਦੇ ਆਪਣੇ ਜਿਹੜੇ ਖਾਸ ਕਰਕੇ ਚਾਚੇ ਤਾਏ ਤੇ ਉਹਦੇ ਚੁਆਰੇ ਬਾਬਾ ਧੀਰਮਲ ਤੇ ਹੋਰ ਇਹੋ ਜਿਹੇ ਜਿਹੜਾ ਸਾਰੇ ਦਾ ਸਾਰਾ ਉਹ ਕੋੜਮਾ ਹੈਗਾ, ਉਹ ਤੇ ਅਸੀਂ ਵੇਖਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਖਿਲਾਫ ਖੜਾ ਹੋ ਜਾਂਦਾ। ਜਿਹੜੇ ਗੁਰੂ ਸਾਹਿਬ ਦੀਆਂ ਜੰਗਾਂ ਦੇ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਰਹੇ, ਉਹ ਪਤਾ ਕੌਣ ਸੀਗੇ?
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੂਆ ਦੇ ਪੁੱਤਰ ਬੀਬੀ ਵੀਰੋ ਦੀਆਂ ਔਲਾਦਾਂ। ਮਤਲਬ ਇਸ ਤਰੀਕੇ ਨਾਲ ਇਹ ਸਮਾਜਾਂ ਦੀ ਬਣਤਰ ਨੂੰ ਧਿਆਨ ਨਾਲ ਦੇਖ, ਬੜੀ ਦੂਰ ਤੱਕ ਜਾਂਦੀ ਹੈ ਬਾਤ। ਇਹ ਨਹੀਂ ਕਿ ਇੱਕ ਦਿਨ 'ਚ ਚੀਜ਼ਾਂ ਖਤਮ ਹੋ ਜਾਣਗੀਆਂ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਜਿਸ ਸਮਾਜ ਦੇ ਵਿੱਚ ਕਾਮਣੀ ਔਰਤ ਦੀ ਹੋਣੀ ਸਿਰਫ ਮਰਦ ਵਾਸਤੇ ਇੱਕ ਆਬਜੈਕਟ ਦੇ ਰੂਪ ਦੇ ਵਿੱਚ ਹੈ, ਉੱਤੇ ਡਿਪੈਂਡੈਂਟ ਹੈਗੀ, ਉਹਦਾ ਕੋਈ ਹੱਕ ਹਕੂਕ ਨਹੀਂ, ਉਹਦੀ ਕੋਈ ਮਰਜ਼ੀ ਨਹੀਂ, ਉਹਨੂੰ ਕੋਈ ਕਿਸੇ ਲੈਵਲ ਤੇ ਉਹਨੂੰ ਕੋਈ ਸਮਰੱਥਾ, ਕੋਈ ਉਹਦੀ ਆਵਾਜ਼ ਨਹੀਂ, ਕੋਈ ਉਹਦਾ ਕਿਸੇ ਤਰੀਕੇ ਦੇ ਨਾਲ ਉਹਨੂੰ ਉਸ ਨਹੀਂ ਦੇਣਾ। ਉਹਨਾਂ ਸਮਾਜਾਂ 'ਚ ਟੂਣੇ ਵਧਣਗੇ। ਉਹਨਾਂ ਸਮਾਜਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਨੇ ਟੂਣੇ ਹਾਰੀ ਐਕਟੀਵਿਟੀਜ਼ ਜਿਹਨੂੰ ਉਹਨੇ ਕਹਿੰਦੇ ਆ ਅਸੀਂ, ਤਵੀਤ, ਧਾਗੇ, ਸਭ ਚੀਜ਼ਾਂ ਇਹੀ ਸਮਾਜ ਦਾ ਦੂਜਾ ਰੂਪ ਹੋ ਜਾਣਗੇ। ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦੇ ਦੇਣਾ, ਕਿਉਂਕਿ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਕਾਮਣੀ ਉਹ ਹੈ ਜਿਹੜੀ ਗੁਣਾਂ ਦੇ ਕਾਮਣ ਕਰੇ। ਮੇਰੇ ਸ਼ਹਿਰ ਤੋਂ, ਇੰਡੀਆ ਤੋਂ ਬਾਤ ਸੁਣਾਉਣਾ ਤੁਹਾਨੂੰ। ਸਾਡੇ ਉੱਥੇ ਇੱਕ ਬਜ਼ੁਰਗ ਸੱਜਣ ਸੀਗਾ, ਉਹਨਾਂ ਇਹ ਬਾਤ ਮੈਨੂੰ ਖੁਦ ਦੱਸੀ। ਉਹ ਕਹਿੰਦੇ ਗੱਲ ਇਹ ਹੈ ਕਿ ਮੈਂ ਇੱਕ ਦਿਨ ਬੜਾ ਨਾਮਵਰ ਉੱਥੇ ਸਾਡੇ ਸਰਾਫ ਨੇ, ਤੇ ਉਹਦੀ ਦੁਕਾਨ ਤੇ ਬੈਠਾ, ਕਾਫੀ ਪਹਿਲਾਂ ਦੀ ਬਾਤ ਹੈ। ਉਹ ਕਹਿੰਦੇ ਬੈਠਾ ਤੇ ਇੱਕ ਕੋਈ ਸ਼ਹਿਰ ਦੀ ਸੁਆਣੀ ਆਈ, ਤੇ ਉਹ ਸਰਾਫ ਨੂੰ ਆ ਕੇ ਕਹਿੰਦੀ ਵੀ ਮੇਰਾ ਕੰਮ ਹੋ ਗਿਆ। ਉਹ ਕਹਿੰਦਾ ਹੋ ਗਿਆ। ਉਹ ਕਹਿੰਦੀ ਠੀਕ। ਉਹਨੇ ਇੱਕ ਜਿਹੜਾ ਹੈਗਾ ਆ ਇੱਕ ਨਗ ਪਾਇਆ ਹੋਇਆ, ਉਹ ਇੱਕ ਤਵੀਤ ਇਸ ਤਰੀਕੇ ਨਾਲ ਫੜਾਇਆ, ਤੇ ਉਹ ਜਿਵੇਂ ਐਵੇਂ ਫੜਾਇਆ, ਤੇ ਉਹਨੇ ਉਹਦੇ 700 ਰੁਪਏ ਗਿਣ ਕੇ ਦਿੱਤੇ। 700 ਰੁਪਏ ਕਾਫੀ ਹੁੰਦੇ ਸੀ ਉਸ ਜ਼ਮਾਨੇ ਦੇ ਵਿੱਚ। ਤੇ ਉਹਨੇ ਲੈ ਲਏ, ਉਹ ਚਲੀ ਗਈ। ਤੇ ਉਹ ਸਰਦਾਰ ਸਾਹਿਬ ਨੂੰ ਪੁੱਛਦੇ, ਉਸ ਸਰਾਫ ਨੂੰ, ਕਹਿੰਦਾ ਵੀ ਬੜਾ ਮਹਿੰਗਾ ਸੀ, ਕਾਹਦਾ ਨਗ ਸੀਗਾ ਇਹ ਕਿਸ ਚੀਜ਼ ਦਾ ਨਗ ਲੈ ਕੇ ਗਈ ਹੈ? ਉਹ ਹੱਸ ਕੇ ਕਹਿੰਦਾ ਜੀ ਸਾਡਾ ਕਾਰੋਬਾਰ ਹੈ, ਪਰ ਤੁਸੀਂ ਸਾਡੇ ਸਨੇਹੀ ਹੋ, ਸਾਡੇ ਸ਼ੁਭ ਚਿੰਤਕ ਹੋ, ਸਾਡਾ ਤੁਹਾਡਾ ਪਿਆਰ ਹੈ ਆਪਸ ਵਿੱਚ, ਅੱਗੇ ਗੱਲ ਨਾ ਕਰਿਓ, ਪਰ ਤੁਹਾਨੂੰ ਦੱਸ ਦਿੰਦਾ ਆ, ਇਹ ਜਿਹੜਾ ਲੈ ਕੇ ਗਈ ਏ ਨਗ, ਇਹ ਬਹੁਤਾ ਮਹਿੰਗਾ ਨਹੀਂਗਾ, ਇਹ ਬੰਬਈ ਤੋਂ ਮੰਗਾਉਂਦੇ ਹਾਂ ਅਸੀਂ, ਇਹਦੀ ਕੀਮਤ ਸਿਰਫ 10 ਰੁਪਏ ਹੈ। ਉਹ ਕਹਿੰਦਾ ਕਮਾਲ ਹੋ ਗਈ, 10 ਰੁਪਏ ਦਾ ਨਗ 700 ਚ? ਕਹਿੰਦਾ ਨਹੀਂ ਜੀ, 700 ਚ ਨਹੀਂ, 1400 ਚ। 700 ਪੇਸ਼ਗੀ ਦਾ ਦੇ ਕੇ ਗਈ ਸੀ, 700 ਹੁਣ ਲਿਆ ਜਦੋਂ ਉਹਨੂੰ ਬਣਾ ਕੇ ਦਿੱਤਾ ਸੀ। ਤੇ ਉਹ ਕਹਿੰਦਾ ਜੀ ਸਾਡਾ ਕਾਰੋਬਾਰ ਹੈ, ਤੇ ਤੁਸੀਂ ਅੱਗੇ ਗੱਲ ਨਾ ਕਰਿਓ। ਅਸਲ ਵਿੱਚ ਸਾਡੀ ਦੁਕਾਨ ਦੇ ਅਖੀਰ ਤੇ ਜਾ ਕੇ ਇੱਕ ਉਹ ਜੋਤਸ਼ੀ ਬੈਠਾ ਆ, ਇਹ ਉਹਦੇ ਗਾਹਕ ਨੇ, ਉਹਨੇ ਭੇਜਿਆ ਇੱਥੇ। 700 ਸਾਡਾ ਹੈ ਤੇ 700 ਉਹਦਾ ਹੈ। ਉਹ ਕੁਛ ਨਹੀਂ ਲੈਂਦਾ, ਉਹ ਫ੍ਰੀ ਸੇਵਾ ਕਰਦਾ। ਐਕਚੁਅਲ ਲੈਵਲ ਤੇ ਦੇਖੋ ਤੁਸੀਂ ਚੀਜ਼ਾਂ ਨੂੰ। ਇਹਨਾਂ ਸਮਾਜਾਂ ਦੇ ਵਿੱਚ ਜਿਹੜਾ ਇਹ ਸਾਰਾ ਵਹਿਮ ਭਰਮ ਦਾ ਇਤਨਾ ਦੰਭ ਆ, ਮੈਨੂੰ ਤੇ ਰੈਪੀਟੀਸ਼ਨ ਹੋ ਜਾਂਦੀ ਕਈ ਵਾਰੀ। ਸਾਡੇ ਇੰਡੀਆ ਤੋਂ ਆਉਣ ਵਾਲੇ ਚੈਨਲਸ, ਤੁਸੀਂ ਉਹਨਾਂ ਦੀਆਂ ਬਹੁਤੀਆਂ ਐਡਸ ਦੇਖੋ, ਤੇ ਇੱਕ ਪੰਜਾਬੀ ਦਾ ਚੈਨਲ ਜਿੱਥੋਂ ਦਰਬਾਰ ਸਾਹਿਬ ਦੀ ਬਾਣੀ ਵੀ ਅਸੀਂ ਦੇਖਦੇ ਹੈਗੇ ਆ, ਉਹ ਤੇ ਇੱਕ ਦੋ ਐਡਾਂ ਆਉਂਦੀਆਂ ਨੇ ਇੱਥੋਂ ਨਾਰਥ ਅਮਰੀਕਾ ਦੇ ਕੁਛ ਜਿਹੜੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਬੜੇ ਵੱਡੇ ਐਸਟਰੋਲੋਜੀ ਦੇ ਸਕਾਲਰ ਹੈਗੇ ਨੇ, ਇਸ ਕਿਸਮ ਦੀਆਂ ਗੱਲਾਂ ਵਗੈਰਾ ਕਰਦੇ ਹੋ। ਤੇ ਮੇਰੇ ਕੋਲ ਇੱਕ ਬੜੇ ਹਾਈਲੀ ਐਜੂਕੇਟਡ ਮੇਰੇ ਮਿੱਤਰ ਬੈਠੇ, ਬਾਈ ਚਾਂਸ ਉਹ ਐਡ ਆਈ, ਤੇ ਉਹ ਮੈਨੂੰ ਕਹਿੰਦੇ ਐਡ ਦਾ ਫੰਡਾ ਸਮਝਦੇ ਹੋ? ਮੈਂ ਕਿਹਾ ਜੀ ਮੈਂ ਤਾਂ ਨਹੀਂ ਸਮਝਦਾ। ਕਹਿੰਦੇ ਤਾਂ ਐਕਚੁਅਲ ਲੈਵਲ ਤੇ ਹੈ ਕੀ ਹੈ ਕਿ ਮੈਂ ਬਿਜ਼ਨਸ ਸਕੂਲ ਤੋਂ ਆਇਆ, ਹਾਰਡਵਰਡ ਤੋਂ ਪੜ੍ਹ ਕੇ, ਤੇ ਸਾਨੂੰ ਪਤਾ ਵੀ ਐਕਚੁਅਲੀ ਇਹ ਹੁੰਦਾ ਕੀ ਹੈ, ਐਡ ਦਾ ਬਿਜ਼ਨਸ ਇਸ ਤਰ੍ਹਾਂ ਹੁੰਦਾ, ਐਡ ਦਾ ਕਾਰੋਬਾਰ ਦਾ ਸੰਬੰਧ ਇਸ ਤਰ੍ਹਾਂ ਹੁੰਦਾ ਕਿ ਜੇ ਆਪਾਂ $10 ਇਨਵੈਸਟ ਕਰਦੇ ਹਾਂ ਐਡ ਦੇ ਵਿੱਚ, ਤੇ ਐਟਲੀਸਟ $90 ਨਾਲ ਜਨਰੇਟ ਹੋਣੇ ਚਾਹੀਦੇ ਨੇ। then these $10 are actually worth to spend. If someone is spending $10 and actually in return that person is getting only 70, 60 or 50, that's not the actually good point to spend money in the ad. ਕਹਿੰਦੇ ਇਹ ਜੇ ਸਪੋਜ਼ ਕਰੋ ਇਹ ਸ਼ਖਸ ਜਿਹੜਾ ਆ ਜਿਸ ਮੇਨ ਸਟ੍ਰੀਮ ਦੇ ਚੈਨਲ ਤੇ ਆ ਰਿਹਾ ਹੈਗਾ, ਜ਼ਿਆਦਾ ਨਹੀਂ ਤੇ ਵਰੇ ਦਾ $1 ਮਿਲੀਅਨ ਤੇ ਪੇ ਕਰਦਾ ਹੋਣਾ, ਤੇ ਹੁਣ ਇਹਨੂੰ 90 ਨਾਲ ਕੈਲਕੂਲੇਟ ਕਰਕੇ ਦੇਖੋ ਵੀ ਤੇ ਇਹ ਸਰਮਾਇਆ ਆ ਕਿੱਥੋਂ ਰਿਹਾ ਸਾਰੇ ਦਾ ਸਾਰਾ। ਸੋ ਇਹ ਹੈ ਸਮਾਜਾਂ ਦੀ ਲੁੱਟ ਹੁੰਦੀ ਹੈ। ਹਾਂ, ਜਿਹਨੇ ਆਪਣੇ ਜੀਵਨ ਨੂੰ ਖੁਸ਼ਨੁਮਾ ਰੱਖਣਾ ਆ, ਪਰਿਵਾਰ ਨੂੰ ਖੁਸ਼ੀਆਂ ਨਾਲ ਭਰਨਾ ਆ,
ਜੀਵਨ ਵਿੱਚ ਚੜ੍ਹਦੀ ਕਲਾ ਲੈ ਕੇ ਆਉਣੀ ਹੈ। ਗੁਰੂ ਬਾਬਾ ਜੀ ਨੇ ਕਿਹਾ ਗੁਣ ਕਾਮਣ ਕਾਮਣ ਕਰੈ, ਟੂਣੇ ਨਾ ਕਰ, ਤਵੀ ਧਾਗੇ ਨਾ ਕਰ, ਗੁਣਾਂ ਦੇ ਕਾਮਣ ਕਰ, ਗੁਣਾਂ ਦੇ ਟੂਣੇ ਕਰ, ਗੁਣ ਗ੍ਰਹਿਣ ਕਰ, ਕਿਉਂਕਿ ਗੁਣ ਕਹੇ ਗੁਣੀ ਸਮਾਵਣੇ ਆ, ਸ਼ਬਦ ਇਹ ਚੱਲ ਰਿਹਾ। ਇੱਥੇ ਗੁਰੂ ਬਾਬਾ ਜੀ ਦਾ ਬਚਨ ਆ ਰਿਹਾ, ਮਹਾਰਾਜ ਬਿਆਨ ਕਰਦੇ, ਕਾਮਣ ਗੁਣਵੰਤੀ ਹਰ ਪਾਏ। ਜਿਹੜੀ ਜੀਵਾਤਮਾ ਗੁਣਾਂ ਨਾਲ ਭਰ ਜਾਏਗੀ ਉਹਨੂੰ ਹਰੀ ਮਿਲ ਜਾਏਗਾ। ਚੇਤੇ ਰੱਖਿਓ, ਜੀਵਨ ਦਾ ਸੁੱਖ ਗੁਣ ਦੇ ਧਾਰਨ ਕਰਨ ਨਾਲ ਹੈ। ਜਿਸ ਦਿਨ ਜੀਵਨ ਵਿੱਚੋਂ ਗੁਣ ਖਿਰ ਜਾਏ, ਜਿਵੇਂ ਅਸੀਂ ਸ਼ਬਦ ਪੜ੍ਹਦੇ ਨਾ, ਅਲਾਣੀਆਂ ਦਾ ਬਚਨ ਹੈ। ਭਾਰਤੀ ਖਿੱਤੇ ਦੇ ਲੋਕ ਜੀਆਂ ਦੇ ਮਰਨ ਦੇ ਉੱਤੇ ਅਲਾਣੀਆਂ ਪੜ੍ਹ ਪੜ੍ਹ ਕੇ ਰੋਂਦੇ ਹੁੰਦੇ ਸੀ। ਅਲੋਤਾਂ ਦੇ ਗੀਤ ਕਹਿੰਦੇ ਇਹਨਾਂ ਨੂੰ। ਗੁਰੂ ਸਾਹਿਬ ਨੇ ਅਲਾਣੀਆਂ 'ਚ ਸਾਰੀ ਰੋਣ ਦੀ ਗੱਲ ਕੀਤੀ ਹੈ, ਪਰ ਜਿਹੜਾ ਰੋਣ ਦਾ ਮਹਾਰਾਜ ਨੇ ਉੱਥੇ ਕਾਰਨ ਤੇ ਤਰੀਕਾ ਦਿੱਤਾ ਉਹ ਟੋਟਲੀ ਡਿਫਰੈਂਟ ਹੈ। ਇੱਕ ਮਹਾਰਾਜ ਸ਼ੁਰੂਆਤ ਇੱਥੋਂ ਕਰਦੇ, ਸਭ ਬਿਆਨ ਕਰਦੇ ਕਿ ਦੇਖ, ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਇੱਥੇ ਰੋਣਾ ਝੂਠ ਦਾ ਨਹੀਂ, ਜਿਉਣਾ ਤੇ ਹੈ ਹੀ ਝੂਠ, ਇਹਦੇ ਬਾਰੇ ਕੀ ਰੋਣਾ? ਆਖਰਕਾਰ ਜਾਣਾ ਕਿੰਨੇ ਨਹੀਂਗਾ, ਕੌਣ ਰਿਹਾ ਧਰਤੀ ਤੇ ਸਦਾ, ਸਭ ਨੇ ਸਭ ਦੀ ਵਿਦਾਇਗੀ ਹੋਣੀ ਹੈ, ਕੀ ਦੇਰ ਕੀ ਸਵੇਰ। ਸੋ ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਇਹ ਪੱਕੀ ਸੱਚੀ ਗੱਲ ਪੜੀਏ, ਮਰਨਾ ਅਟਲ ਲਿਆ, ਕਿਸੇ ਰਹਿਣਾ ਨਹੀਂ ਗਾ ਇੱਥੇ। ਇੱਥੋਂ ਚੀਜ਼ ਯਾਦ ਕਰੀਏ, ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਫਿਰ ਰੋਣਾ ਕੀ ਹੈ? ਰੋਵੇਂ ਬਿਰਹਾ ਤਨ ਕਾ, ਇਸ ਤਨ ਦੇ ਬਿਰਹੇ ਨੂੰ ਰੋਵੋ। ਤਨ ਦਾ ਬਿਰਹਾ ਕੀ ਹੈ? ਜਿਹਨੇ ਰੱਬ ਵਸਾਰ ਦਿੱਤਾ ਹੈ, ਜਿਹਨੇ ਰੱਬ ਦੇ ਗੁਣ ਵਸਾਰ ਦਿੱਤੇ ਨੇ। ਜਿੱਦਣ ਜ਼ਿੰਦਗੀ ਚੋਂ ਕਿਦਨ ਕੋਈ ਗੁਣ ਘਟੇ ਨਾ, ਉਸ ਦਿਨ ਬੈਠ ਕੇ ਰੋਵੋ, ਬੜਾ ਨੁਕਸਾਨ ਹੋ ਗਿਆ। ਲੋਕੀ ਕਹਿੰਦੇ ਨੇ, if you are losing any kind of wealth, you are losing nothing. ਵੈਲਥ ਜਿਹੜੀ ਹੈ, ਅੱਜ ਮੈਂ ਤਾਂ ਕੋਵਿਡ-19 ਦੀ ਬਾਤ ਕੀਤੀ ਸੀਗੀ, ਜਿਹੜੀ ਹੈਲਥ ਦੀ ਇੰਪੋਰਟੈਂਸ ਹੈ ਵੈਲਥ ਦੇ ਸਾਹਮਣੇ ਵਧੀ ਆ। ਪਹਿਲਾਂ ਲੋਕੀ ਇਹ ਕਹਿੰਦੇ ਹੁੰਦੇ ਸੀਗੇ, ਉਹ ਫਲਾਣਾ ਬੰਦਾ ਬੜਾ ਵੈਲਥੀ ਹੈ ਬਾਈ। ਹੁਣ ਬੜੀ ਜਲਦੀ ਕਹਿਣ ਲੱਗੇਗਾ ਹੈਲਥੀ ਹੈ ਬੰਦਾ। 2 ਵਾਰੀ ਕੋਵਿਡ ਹੋ ਗਿਆ, ਪਰ ਬਹੁਤ ਐਨ ਪੋਜ਼ਿਟਿਵ ਆਇਆ, ਪਤਾ ਕੁਛ ਨਹੀਂ ਲੱਗਿਆ, ਇਮਿਊਨ ਸਿਸਟਮ ਬੜਾ ਸਟਰੋਂਗ ਹੈ। ਇੱਕ ਹੀ ਚੀਜ਼ ਹੋਈ, ਇੱਕ ਨਵੀਂ ਚੀਜ਼ ਆ ਗਈ, ਤੇ ਇਹਦੇ ਤੇ ਜ਼ਿਆਦਾ ਫੋਕਸ ਹੋਏਗਾ ਆਉਂਦੇ ਸਮੇਂ 'ਚ। ਇਹ ਮਾਫੀ ਮੰਗਾਂਗਾ, ਇਹ ਜਾਣਾ ਨਹੀਂ ਹੋਣੇ। ਇੱਕ ਦੀ ਵੈਕਸੀਨ ਆ ਜਾਏਗੀ, ਫਿਰ ਦੂਜਾ, ਫਿਰ ਤੀਜਾ। ਇਹ ਨਵਾਂ ਇੱਕ ਨਵਾਂ ਚੱਲਣ ਹੈ, ਕਿਉਂਕਿ ਜਿਸ ਕਿਸਮ ਦੀਆਂ ਚੋਇਸਿਸ ਬਣਾਈਆਂ ਨੇ, ਚੀਜ਼ਾਂ ਨਾਲ ਰਹਿਣਗੀਆਂ, ਪਰ ਅਜੇ ਵੀ ਕੁਛ ਨਹੀਂ ਹੈ। ਹੈਲਥ ਇਜ਼ ਨੋਟ ਐਕਚੁਅਲੀ ਰੀਅਲ ਵੈਲਥ। ਜਿਹੜੀ ਰੀਅਲ ਰੂਪ ਦੇ ਜਿਹੜੀ ਸਰਮਾਏਦਾਰੀ ਹੈ ਨਾ, ਉਹ ਤੇ ਬੰਦੇ ਦਾ ਕਿਰਦਾਰ ਹੈ, ਬੰਦੇ ਦਾ ਮਨ ਮੰਡਲ ਆ। ਜਦੋਂ ਉਸ ਲੈਵਲ ਤੇ ਬੰਦਾ ਆ ਜਾਏ, ਬੰਦਾ ਕਹੇ ਕੀ ਫਰਕ ਪੈਂਦਾ ਹੈ, 10 ਬੋਰੇ ਆਟੇ ਦੇ ਵੱਧ ਖਾ ਕੇ ਮਰ ਗਿਆ, 10 ਬੋਰੇ ਘੱਟ ਖਾ ਕੇ ਮਰ ਗਿਆ, ਮਰ ਤੇ ਜਾਣਾ ਹੀ ਇੱਕ ਦਿਨ। ਫਿਰ ਬੰਦਾ ਕਿਸੇ ਅਸੂਲ ਲਈ ਜਿਉਣਾ ਸ਼ੁਰੂ ਕਰ ਦਿੰਦਾ ਹੈ। ਤੇ ਜਿੱਦਣ ਇਹ ਅਸੂਲਾਂ ਵਾਲੀ ਬਾਤ ਆਏਗੀ ਨਾ, ਫਿਰ ਗੁਣਾਤਮਕ ਪੱਖ ਤੋਂ ਬਾਤ ਆਏਗੀ। ਗੁਣ ਨਹੀਂ ਛੱਡਣੇ। ਗੁਣ ਨੇ, ਜਿਹਨਾਂ ਚ ਅਸੀਂ ਕਹਿੰਦੇ ਹਾਂ ਕੰਪੈਸ਼ਨ, ਕਰੇਜ, ਪੇਸ਼ੈਂਸ, ਲਵ, ਦੋਜ਼ ਆਰ ਦਾ ਵਰਚੂਜ਼। ਇਹ ਨੇ ਉਹ ਕੁਆਲਿਟੀਜ਼ ਜਿਹੜੀਆਂ ਜੀਵਨ ਨੂੰ ਜੀਵਨ ਹੋਣ ਦਾ ਮਾਇਨਾ ਦਿੰਦੀਆਂ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਕਾਮਣ ਗੁਣਵੰਤੀ ਹਰ ਪਾਏ। ਜਿਹੜੀ ਕਾਮਣੀ, ਜਿਹੜੀ ਜੀਵਾਤਮਾ ਇਹਨਾਂ ਗੁਣਾਂ ਦੀ ਗਾਹਕ ਬਣ ਗਈ, ਹਰੀ ਨੂੰ ਪਾ ਗਈ, ਰੱਬ ਦਾ ਰੂਪ ਹੋ ਗਈ, ਪਹਿ ਪਾਏ ਸ਼ਿੰਗਾਰ ਬਣਾਏ। ਸ਼ਿੰਗਾਰ, ਗਲੈਮਰਸ ਦੇ ਵਰਲਡ 'ਚ ਰਹਿ ਰਹੇ ਹਾਂ, ਮੇਕਅਪ ਦੀ ਦੁਨੀਆ ਸਭ ਕੁਝ ਚਲਾ ਰਹੀ ਹੈ। ਕਾਸਮੈਟਿਕ ਇੰਡਸਟਰੀ ਏਡੀ ਵੱਡੀ ਇੰਡਸਟਰੀ ਹੈ ਧਰਤੀ ਦੀ, ਉਹਦੇ ਮੁਕਾਬਲੇ ਤੇ ਕੋਈ ਹੋਰ ਇੰਡਸਟਰੀ ਨਹੀਂ ਹੈਗੀ। ਮਤਲਬ ਇਹ ਜਿਹਦਾ ਡੇ ਬਾਈ ਡੇ ਕੋਈ ਹਾਲ ਥੋੜਾ ਹੈਗਾ ਆ। ਤੁਸੀਂ ਮਾਫੀ ਮੰਗਾਂਗਾ, ਆਪ ਦੇਖੋ ਕਿ ਜਿਹੜਾ ਸਾਡੇ ਪੰਜਾਬੀ ਰਾਈਟਿੰਗ ਵਗੈਰਾ ਹੁੰਦੀ ਹੈ, ਸੌਂਗਸ ਵਗੈਰਾ ਦੀ, ਹਾਲਾਂਕਿ ਮੈਂ ਅਜੇ ਵੀ ਇਸ ਬਾਤ 'ਤੇ ਮੈਂ ਪੂਰੀ ਤਰ੍ਹਾਂ ਧਾਰਨੀ ਆ ਕਿ ਜਿਹੜੀ ਸਾਡਾ ਮਿਊਜ਼ਿਕ ਆ, ਜਿਹੜੀਆਂ ਸਾਡੇ ਧੁਨਾਂ ਨੇ, ਬੀਟਸ ਨੇ, ਈਵਨ ਬਹੁਤ ਸਾਰੇ ਗਾਉਣ ਵਾਲਿਆਂ ਦੀਆਂ ਆਵਾਜ਼ਾਂ ਵੀ ਨੇ, ਕਮਾਲ ਨੇ। ਪਰ ਹੈ ਕੀ ਹੈ, ਜੋ ਪਰੋਸਿਆ ਜਾ ਰਿਹਾ ਉਹ ਜ਼ਹਿਰ ਹੈ। ਸੋਨੇ ਦੇ ਭਾਂਡੇ ਜ਼ਹਿਰ ਪਾ ਲਿਆ, ਤੇ ਜ਼ਹਿਰ ਪੀਓਗੇ ਤੇ ਮਰੋਗੇ। ਹੁਣ ਜਿਹੜੀ ਬਾਤ ਮੈਂ ਵਿਨਤੀ ਰੂਪ ਵਿੱਚ ਕਹਿਣ ਲੱਗਾ ਸੀਗਾ ਕਿ ਤੁਸੀਂ ਦੇਖੋ ਕਿਵੇਂ ਬ੍ਰਾਂਡਡ ਚੀਜ਼ਾਂ ਦੀ ਗੱਲ ਹੋ ਰਹੀ, ਸਭ ਚੀਜ਼ਾਂ, ਇਹ ਕੀ ਹੈ ਸਾਰਾ ਦਾ ਸਾਰਾ? ਇਹੋ ਹੀ ਚੀਜ਼ ਆ, ਕਾਸਮੈਟਿਕ ਨੂੰ ਪ੍ਰਮੋਟ ਕੀਤਾ ਜਾ ਰਿਹਾ, ਉਸ ਸਾਰੇ ਸ਼ਿੰਗਾਰ ਦੀ ਦੁਨੀਆ ਦੀ ਗੱਲ ਹੋ ਰਹੀ। ਜੀਵਨ ਦਾ ਅਸਲ ਸ਼ਿੰਗਾਰ ਕੀ ਹੈ? ਅਸਲ ਸ਼ਿੰਗਾਰ ਹੈ ਜੀਵਨ ਦੀ ਸੰਭਾਲ ਕਰਨੀ। ਹੁਣ ਦੇਖੋ, ਸੌਰੀ ਟੂ ਸੇ, ਹੈਲਥ ਦੀ ਬਾਤ ਕੀਤੀ ਹੈ, ਮੈਂ ਉੱਤੇ ਤੇ
ਮਤਲਬ ਬੜੇ ਮਹਿੰਗੇ ਬ੍ਰਾਂਡ ਪਾਏ ਹੈਗੇ ਨੇ, ਤੇ ਕਿਡਨੀਆਂ ਮੇਰੀਆਂ ਕੰਮ ਨਹੀਂ ਕਰਦੀਆਂ, ਮੇਰਾ ਲੀਵਰ ਫੈਟੀ ਹੈ, ਹੋਰ ਤੇ ਬਾਤ ਛੱਡੋ, ਮੇਰੀ ਬੋਡੀ ਦੀ ਸ਼ੇਪ ਹੀ ਨਹੀਂ ਹੈ, ਮੈਨੂੰ ਖਾਣ ਖੁਰਾਕ ਦਾ ਨਹੀਂ ਪਤਾ, ਸਿਹਤ ਯਾਬਤਾ ਦਾ ਨਹੀਂ ਪਤਾ। ਉਹ ਬੰਦੇ ਅਹਿਸਾਸ ਤੇ ਕਰ, ਐਕਚੁਅਲ ਲੈਵਲ ਤੇ ਜਿਹੜੀ ਸ਼ੋਭਨਿਕਤਾ ਆ ਉਹਨੂੰ ਸੰਭਾਲਣ ਵਿੱਚ ਆ, ਸ਼ਿੰਗਾਰਨ ਵਿੱਚ ਨਹੀਂ ਆ। ਸਭ ਤੋਂ ਵਧੀਆ ਸ਼ਿੰਗਾਰ ਤੇ ਹੈ ਇਹਦੀ ਕੇਅਰ ਕਰ, ਇਹਦੀ ਸੰਭਾਲ ਕਰ, ਇਹਨੂੰ ਧਿਆਨ ਦੇ, ਫਿਰ ਸ਼ਕਲ ਸੂਰਤ ਤੇ ਬੜੀ ਵਧੀਆ, ਬੰਦੇ ਦੀ ਵੈਸੇ ਵੀ ਦਿੱਖ ਵਿਖ ਵੀ ਚੰਗੀ ਹੈ, ਤੇ ਕਰਤੂਤ ਕਰਮ ਉਹ ਬਿਲਕੁਲ ਮਾੜਾ ਆ। ਮਾਂ ਬਾਪ ਨੂੰ ਸਤਿਕਾਰ ਨਾਲ ਬੋਲ ਨਹੀਂ ਸਕਦਾ, ਭੈਣ ਭਰਾਵਾਂ ਨਾਲ ਸਨੇਹ ਨਹੀਂਗਾ, ਆਲੇ ਦੁਆਲੇ ਨਹੀਂ, ਘਰ ਦੇ ਵਿੱਚ ਨਹੀਂ, ਐਸਾ ਜੀਵਨ, ਇਹ ਸ਼ਿੰਗਾਰਿਆ ਜੀਵਨ ਹੈ, ਇਹ ਤੇ ਭੱਟ ਪੈਣ ਯੋਗ ਜੀਵਨ। ਗੁਣ ਧਾਰਨ ਕਰਨੇ, ਗੁਰਮਤਿ ਸਿਖਾਉਂਦੀ ਵੱਡਾ ਕਦੋਂ ਹੋਏਗਾ, ਸੋਹਣਾ ਕਦੋਂ ਹੋਏਗਾ, ਜਦੋਂ ਗੁਣ ਹੋਣਗੇ। ਜਿਨ੍ਹਾਂ 'ਚ ਗੁਣ ਹੋਣ ਉਹ ਜੀਵਨ ਦੇ ਕਿਸੇ ਰੂਪ ਵਿੱਚ ਹੋਣ, ਉਹ ਸ਼ੋਭਨੀਕ ਹੋ ਜਾਂਦੇ ਨੇ। ਇਹਨੂੰ ਸਾਹਿਬ ਨੇ ਬਿਆਨ ਕੀਤਾ, ਸਾਹਿਬ ਕਹਿੰਦੇ ਭੈ ਪਾਏ ਸ਼ਿੰਗਾਰ ਬਣਾਏ, ਰੱਬ ਦੇ ਭੈ ਵਿੱਚ ਰਹਿਣਾ, ਉਹਦਾ ਸ਼ਿੰਗਾਰ ਕਰਨਾ, ਅਕਾਲ ਪੁਰਖ ਵਾਹਿਗੁਰੂ ਤੋਂ ਡਰਨਾ, ਹਰ ਗੱਲ ਉਹਦੇ ਭੈ ਤੇ ਪ੍ਰੇਮ ਵਿੱਚ ਕਰਨੀ। ਅਗਲਾ ਬਚਨ ਲਿਖਿਆ ਮਹਾਰਾਜ ਨੇ, ਸਤਿਗੁਰ ਸੇਵ ਸਦਾ ਸੁਹਾਗਣ। ਸੁਹਾਗਣਾ ਜਿਨ੍ਹਾਂ ਦੇ ਸਿਰ ਦਾ ਸਾਈਂ ਕਾਇਮ ਹੈ, ਉਹਨਾਂ ਨੂੰ ਕੋਈ ਸਮਾਜ ਵਿੱਚ ਡਰ ਨਹੀਂ, ਉਹਨਾਂ ਦਾ ਸਾਈਂ ਉਹਨਾਂ ਦਾ ਰਾਖਾ ਹੁੰਦਾ ਹਰ ਵਕਤ। ਇੱਥੇ ਗੁਰੂ ਸਾਹਿਬ ਨੇ ਇਸ ਮੈਟਾਫੋਰ ਨੂੰ ਸਾਡੇ ਵਾਸਤੇ ਲਿਆਂਦਾ, ਜਿਹੜੇ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਕਰਕੇ ਤੁਰਦੇ। ਅੱਜ ਅਸੀਂ ਦੇਖਦੇ ਹੈਗੇ ਹਾਂ, ਮੈਂ ਆਖਰੀ ਬੇਨਤੀ ਕਰਕੇ ਵਾਈਂਡ ਅਪ ਕਰ ਦੇਣਾ ਵਾ, ਜਿਵੇਂ ਆ ਸਾਰੇ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ, ਤੇ ਅਸੀਂ ਇਸ ਮੁਲਕ 'ਚ ਬੈਠੇ ਹਾਂ ਜਿੱਥੇ ਇੰਨੇ ਰਿਸੋਰਸਿਸ ਨੇ, ਇੰਨਾ ਸਭ ਕੁਝ ਆ, ਹਰ ਰੋਜ਼ ਮੁਲਕਾਂ ਦੇ ਮੁਖੀ ਜਿਹੜੇ ਨੇ, ਮਤਲਬ ਛੋਟੀ ਸਟੇਟ ਤੋਂ ਲੈ ਕੇ ਮਿਊਨਿਸਪੈਲਿਟੀਜ਼ ਤੋਂ ਲੈ ਕੇ ਤੇ ਫੈਡਰਲ ਢਾਂਚੇ ਤੱਕ, ਉਹ ਹਰ ਰੋਜ਼ ਬਰੀਫਿੰਗ ਲੈਂਦੇ, ਕੁਐਸਚਨਸ ਲੈਂਦੇ, ਲੋਕਾਂ ਦੇ ਸਵਾਲ ਜਵਾਬ, ਲੋਕਾਂ ਦੀ ਬਾਤ ਮੀਡੀਆ। ਤੁਸੀਂ ਦੇਖੋ ਕਿਵੇਂ ਲੋਕਾਂ ਨੂੰ ਹੌਸਲਾ ਦਿੰਦੇ, ਘਬਰਾਓ ਨਾ, ਇਕੱਠੇ ਆ, ਕੁਛ ਨਹੀਂ ਹੁੰਦਾ, ਅਸੀਂ ਪਾਰ ਪੈ ਜਾਵਾਂਗੇ। ਇਹ ਸਾਰੀ ਬਾਤ ਆ। ਜਿਨ੍ਹਾਂ ਮੁਬਾਲਿਕ ਦੇ ਵਿੱਚ ਕੋਈ ਬਾਤ ਹੀ ਨਹੀਂ ਹੋ ਰਹੀ, ਕਿਸੇ ਨੂੰ ਸੁਣਿਆ, ਉਹਨਾਂ ਦੀ ਕੀ ਹਾਲਤ ਹੋਏਗੀ। ਮੈਂ ਤਾਂ ਇੱਥੇ ਦੇਖਦਾ ਮੈਂਟਲ ਹੈਲਥ ਦੀ ਕੀ ਹਾਲਤ ਹੈ ਲੋਕਾਂ ਦੀ, ਲੋਕੀ ਜਿਹੜੇ ਨੇ ਕਿਸ ਤਰੀਕੇ ਨਾਲ ਉਹਨਾਂ ਦੇ ਵਿੱਚ ਜਿਹਨੂੰ ਕਿਹਾ ਜਾਏ ਕਿ ਐਨਗਜ਼ਾਇਟੀ ਆ ਰਹੀ ਹੈ, ਉਹ ਇੱਕ ਤਰ੍ਹਾਂ ਦੇ ਨਾਲ ਅਨੈਕਸ਼ੀਅਸ ਫੀਲਿੰਗ ਆਉਂਦੀਆਂ ਹਨ, ਉਹਨਾਂ ਨੂੰ ਸਟ੍ਰੈਸ ਲੱਗ ਰਿਹਾ, ਉਹਨਾਂ ਨੂੰ ਇਹ ਸਭ ਚੀਜ਼ਾਂ ਹੋ ਰਹੀਆਂ ਨੇ। ਤੇ ਸਾਰੇ ਦੇ ਅੰਦਰ ਫਿਰ ਬੇਨਤੀ ਕਰਾਂਗਾ, ਕੋਈ ਦਵਾਈ ਗੋਲੀ ਨਹੀਂ ਹੈ, ਇਹ ਸਭ ਚੀਜ਼ਾਂ ਸਾਡੀ ਜਿਹੜੀ ਹੈ ਨਾ ਅਨਕੌਂਸ਼ੀਅਸ, ਉਹਦੇ ਚੋਂ ਨਿਕਲਦੀਆਂ ਨੇ। ਤੇ ਚੇਤੇ ਰੱਖਿਆ ਜੇ, ਦੁਨੀਆ ਦੀ ਕੋਈ ਗੋਲੀ, ਕੋਈ ਦਵਾਈ, ਕੋਈ ਮੈਡੀਸਿਨ, ਕੋਈ ਕੈਮੀਕਲ ਅਨਕੌਂਸ਼ੀਅਸ ਤੱਕ ਨਹੀਂ ਜਾਂਦਾ ਨਾ। ਹਾਂ, ਰਸਾਈ ਹੁੰਦੀ ਉੱਥੇ, ਕਾਹਦੀ ਹੁੰਦੀ ਹੈ? ਵਿਚਾਰਾਂ ਦੀ, ਖਿਆਲਾਂ ਦੀ। ਤੇ ਖਿਆਲ ਵੀ ਉਹ ਜਿਹੜੇ ਤੁਹਾਡੇ ਬਲੀਵ ਨਾਲ ਅੰਗੇਜ ਕਰਕੇ ਜਾਂਦੇ ਨੇ, ਜਿਵੇਂ ਪਾਠ ਕਰਨਾ, ਰੱਬ ਰੱਬ ਕਰਨਾ, ਸਿਮਰਨ ਕਰਨਾ, ਇਹ ਚੀਜ਼ਾਂ ਇਹ ਉਹਨੂੰ ਧਾਰਸ ਦਿੰਦੀਆਂ ਨੇ। ਅਦਰਵਾਈਜ਼ ਹੋਰ ਕੋਈ ਚੀਜ਼ ਤੁਹਾਡੀ ਅਨਕੌਂਸ਼ੀਅਸ ਤੱਕ, ਤੁਹਾਡੀ ਸਬਕੌਂਸ਼ੀਅਸ ਤੱਕ ਜਿਹੜੀ ਟਰੈਵਲ ਨਹੀਂ ਕਰ ਸਕਦੀ। ਗੁਰੂ ਬਾਬਾ ਜਿਹੜੀ ਆਹ ਬਾਤ ਕਹੀ ਨਾ, ਇਹਦੇ ਵਿੱਚ ਮਹਾਰਾਜ ਕਹਿੰਦੇ ਸਤਿਗੁਰ ਸੇਵ ਸਦਾ ਸੁਹਾਗਣ। ਜਿਨ੍ਹਾਂ ਨੇ ਬਾਣੀ ਪੜ੍ਹੀ, ਉਪਦੇਸ਼ ਸੁਣਿਆ, ਸਿਮਰਨ, ਇਹੋ ਜਿਹੀਆਂ ਬਾਤਾਂ, ਕੀਰਤਨ ਪੜ੍ਹਿਆ, ਅਹਿਸਾਸਿਆ, ਸੁਣਿਆ, ਅਹਿਸਾਸ ਕੀਤਾ, ਮਾਲਕ ਤੂੰ ਬੇਅੰਤ ਹੈ, ਤੂੰ ਰਾਖਾ ਆ। ਜੇ ਤੂੰ ਇਸ ਧਰਤੀ ਤੇ ਮੈਨੂੰ ਲੈ ਕੇ ਆਇਆ ਆ, ਜਿਵੇਂ ਬਾਣੀ ਕਹਿੰਦੀ ਨਾ ਵੀ ਜਿਹਨੇ ਜੀਵਨ ਦਿੱਤਾ ਆ ਉਹ ਸੰਭਾਲ ਵੀ ਕਰੇਗਾ। ਜਿਹਨੂੰ ਅਸੀਂ ਵਾਕ ਪੜ੍ਹੀਏ ਤੇ ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੈ, ਸਭ ਕਟ ਪੀਤਰ ਹਾਟ ਚਲਾਵੈ। ਜਿਹਨੇ ਜਿੰਦ ਦਿੱਤੀ ਉਹ ਰਿਜ਼ਕ ਵੀ ਅਪੜਾਏਗਾ। ਸਭ ਘਟ ਪੀਤਰ, ਸਭ ਘਟਾਂ ਦੇ ਵਿੱਚ ਬੈਠਾ, ਉਹ ਇਸ ਤਰੀਕੇ ਨਾਲ ਲਗਾਤਾਰ ਹੱਟ ਚਲਾ ਰਿਹਾ, ਘਬਰਾ ਨਾ ਮਨਾ। ਗੁਰੂ ਸਾਹਿਬ ਨੇ ਬਿਆਨ ਕੀਤਾ, ਜਿਹਦੇ 'ਚ ਇਹ ਵਿਸ਼ਵਾਸ ਆ ਗਿਆ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਫਿਰ ਇਹੋ ਜਿਹੇ ਸੱਚ ਦੇ ਉਪਦੇਸ਼ ਨੂੰ ਪੜ੍ਹਨ ਸੁਣਨ ਵਾਲੇ ਉਸ ਰੱਬ ਦੀ ਰੂਹ, ਉਸ ਰੱਬ ਦੀ ਸੁਰਤ 'ਚ ਆਪਣੀ ਸੁਰਤ ਨੂੰ ਸਮਾ ਲੈਂਦੇ ਨੇ। ਭਾਵ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਵਿੱਚ ਇਤਨੇ ਗਹਿਰੇ ਤਲ ਤੇ ਵਿਸ਼ਵਾਸ ਦਾ ਰੰਗ ਚੜ੍ਹ ਜਾਂਦਾ ਕਿ ਜੀਵਨ 'ਚ ਡੋਲਣ ਵਾਲੀ ਬਾਤ ਹੁੰਦੀ ਨਹੀਂ। ਤੇ ਇਹੋ ਜਿਹੀਆਂ ਰੂਹਾਂ ਤੋਂ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੈਂ ਕੁਰਬਾਨ ਜਾਨਾ ਹਾਂ, ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ। ਅਗਲੇ ਪਦਿਆਂ ਦੇ ਵਿਚਾਰ ਆਉਂਦੇ ਸਮੇਂ 'ਚ ਅੱਜ ਵਾਸਤੇ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।